ਹਨੇਰੀਆਂ ਨੂੰ ਜੇ ਭੁਲੇਖਾ ਹੈ ਹਨੇਰੇ ਪਾਉਣ ਦਾ, ਹਨੇਰੀਆਂ ਨੂੰ ਰੋਕ ਵੀ ਲਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਰਾਤ ਨੂੰ ਰੋਸ਼ਨਾਉਂਦੇ ਰਹੇ ਨੇ ਲੋਕ। ਸਤਿ ਸ੍ਰੀ ਅਕਾਲ, ਤੁਸੀਂ ਜੁੜ ਚੁੱਕੇ ਹੋ ਜਸ ਪੰਜਾਬੀ ਦੇ ਨਾਲ। ਸ਼ਹਾਦਤਾਂ ਦਾ ਸਫ਼ਰ, ਸਫਰੇ ਕਿਸਾਨੀ ਸੰਘਰਸ਼। ਅੱਜ ਪਹੁੰਚੇ ਹਾਂ ਪਿੰਡ ਗੰਡੂਆਂ। ਆਓ ਤੁਹਾਨੂੰ ਉਹਨਾਂ ਸ਼ਹੀਦਾਂ ਦੇ ਨਾਲ ਮਿਲਾਉਂਦੇ ਹਾਂ, ਉਹਨਾਂ ਸ਼ਹੀਦ ਪਰਿਵਾਰਾਂ ਦੇ ਨਾਲ ਮਿਲਾਉਂਦੇ ਹਾਂ ਜਿਨ੍ਹਾਂ ਨੇ ਇਸ ਇਤਿਹਾਸਕ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਸਰਵਉੱਚ ਬਲੀਦਾਨ ਯਾਨੀ ਕਿ ਆਪਣੇ ਜੀਵਨ ਦਾ ਬਲੀਦਾਨ ਦੇ ਕੇ ਇਸ ਕਿਸਾਨੀ ਸੰਘਰਸ਼ ਨੂੰ ਸਫਲ ਬਣਾਇਆ। ਸੰਗਰੂਰ ਜ਼ਿਲ੍ਹੇ ਦੇ ਪਿੰਡ ਗੰਡੂਆਂ ਵਿਖੇ ਪਹੁੰਚੇ ਹਾਂ। ਗੰਡੂਆਂ ਪਿੰਡ ਦੀ ਇੱਕ ਝਾਤ ਵੀ ਤੁਹਾਡੇ ਨਾਲ ਸਾਂਝੀ ਕਰਾਉਂਦੇ ਹਾਂ, ਪਰ ਗੰਡੂਆਂ ਪਿੰਡ ਦੀ ਝਾਤ ਤੋਂ ਮਹੱਤਵਪੂਰਨ ਉਹ ਝਾਤ ਹੈ ਜਿਸ ਝਾਤ ਦਾ ਜ਼ਿਕਰ ਅਸੀਂ ਸ਼ਹਾਦਤਾਂ ਦੇ ਇਸ ਸਫ਼ਰ ਦੇ ਵਿੱਚ ਕਰਨਾ ਹੈ। ਇੱਕ ਬਿਰਧ ਮਾਤਾ ਤੇ ਇੱਕ ਬਜ਼ੁਰਗ, ਦੋ ਸ਼ਹਾਦਤਾਂ ਇਸ ਪਿੰਡ ਦੇ ਵਿੱਚੋਂ ਹੋਈਆਂ ਇਸ ਇਤਿਹਾਸਕ ਕਿਸਾਨੀ ਘੋਲ ਦੇ ਵਿੱਚ। ਇਹਨਾਂ ਸ਼ਹਾਦਤਾਂ ਨੂੰ ਪ੍ਰਣਾਮ ਕਰਨ ਦੇ ਲਈ ਅਦਾਰਾ ਜਸ ਪੰਜਾਬੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਗੰਡੂਆਂ ਦੇ ਵਿੱਚ ਪਹੁੰਚੇ ਹੈ, ਤਾਂ ਜੋ ਇਹਨਾਂ ਸ਼ਹਾਦਤਾਂ ਦੇ ਰਾਹੀਂ ਅਸੀਂ ਉਸ ਸਫ਼ਰ ਦੇ ਉੱਤੇ ਝਾਤ ਪਾ ਸਕੀਏ ਜਿਸ ਸਫ਼ਰ ਨੇ ਇੱਕ ਇਤਿਹਾਸਿਕ ਦਸਤਾਵੇਜ਼ ਲਿਖਿਆ ਕਿ ਕਿਸ ਤਰੀਕੇ ਨਾਲ ਘੋਲ ਲੜੇ ਜਾਂਦੇ ਹੈ, ਕਿਸ ਤਰੀਕੇ ਨਾਲ ਅੰਦੋਲਨ ਲੜੇ ਤੇ ਜਿੱਤੇ ਜਾਂਦੇ ਹੈ, ਕਿਸ ਤਰੀਕੇ ਨਾਲ ਹਾਕਮਾਂ ਦੇ ਬਰਾਬਰ ਹੋ ਕੇ ਤਕਰੀਰ ਵੀ ਕੀਤੀ ਜਾ ਸਕਦੀ ਹੈ ਤੇ ਤਹਿਰੀਰ ਵੀ ਬਦਲੀ ਜਾ ਸਕਦੀ ਹੈ। ਆਓ ਪਿੰਡ ਗੰਡੂਆਂ ਦੇ ਉੱਤੇ ਵੀ ਝਾਤ ਮਾਰਦੇ ਹਾਂ ਤੇ ਸ਼ਹਾਦਤਾਂ ਦੇ ਸਫ਼ਰ ਦੇ ਉੱਤੇ ਵੀ ਝਾਤ ਮਾਰਦੇ ਹਾਂ। ਪਹਿਲੇ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਕਹਿਣ ਦੀ ਪਿਰਤ ਪਾਈ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਨੇ ਉਸ ਵੇਲੇ ਇਹ ਗੱਲ ਮਹਿਸੂਸ ਕਰ ਲਈ ਸੀ ਕਿ ਜੇ ਉਸ ਵਕਤ ਮੌਕੇ ਦੇ ਹਾਕਮ ਜਿਹੜੇ ਕਿ ਲੋਕਾਂ ਦੇ ਹੱਕਾਂ ਦਾ ਘਾਣ ਕਰ ਰਹੇ ਸੀ, ਜਿਹੜੇ ਕਿ ਲੋਕਾਂ ਦੇ ਲਹੂ ਨੂੰ ਪੀਣ ਲੱਗੇ ਹੋਏ ਸਨ, ਜੇ ਉਹਨਾਂ ਦੇ ਖਿਲਾਫ ਆਵਾਜ਼ ਨਾ ਉਠਾਈ ਗਈ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੁੱਖ ਦਰਦ ਚੱਲਣਾ ਪਏਗਾ। ਇਸੇ ਕਰਕੇ ਉਹਨਾਂ ਨੇ ਸ਼ਾਇਦ ਕੁਦਰਤ ਨੂੰ ਵੀ ਉਲਾਂਭਾ ਦਿੱਤਾ ਸੀ ਕਿ ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ। ਇਹ ਪਿਰਤ ਸਾਡੇ ਧਰਮ ਦੇ ਵਿੱਚ ਵੀ ਹੈ, ਸਾਡੇ ਸੱਭਿਆਚਾਰ ਦੇ ਵਿੱਚ ਵੀ ਹੈ। ਜਿੱਥੇ ਇੱਕ ਪਾਸੇ ਸਾਡੇ ਕੋਲ ਮਾਈ ਭਾਗੋ ਵਰਗੀਆਂ ਬੀਬੀਆਂ ਹੋਈਆਂ ਜਿਨ੍ਹਾਂ ਨੇ ਕੌਮ ਦੀ ਲੜਾਈ, ਹੱਕਾਂ ਦੀ ਲੜਾਈ ਅੱਗੇ ਹੋ ਕੇ ਲੜੀ, ਤਾਂ ਦੂਜੇ ਪਾਸੇ ਸਾਡੇ ਕੋਲ ਬੀਬੀ ਸ਼ਹੀਦ ਮਾਤਾ ਮਹਿੰਦਰ ਕੌਰ ਵਰਗੀਆਂ ਬਿਰਧ ਬਜ਼ੁਰਗ ਬੀਬੀਆਂ ਵੀ ਸਨ ਸ਼ਬਦ ਮੈਂ ਇਸ ਕਰਕੇ ਲਾਇਆ ਕਿਉਂਕਿ ਇਹ ਮਨੁੱਖੀ ਹੱਕਾਂ ਦੀ ਸਭ ਤੋਂ ਵੱਡੀ ਤੇ ਸਭ ਤੋਂ ਸ਼ਾਂਤਮਈ ਲੜਾਈ ਜਿਹੜੀ ਪੰਜਾਬ ਨੇ ਸ਼ੁਰੂ ਕੀਤੀ, ਦਿੱਲੀ ਦੀਆਂ ਹੱਦਾਂ ਤੇ ਗਈ ਤੇ ਪੂਰੇ ਸੰਸਾਰ ਦੇ ਵਿੱਚ ਫੈਲੀ ਤੇ ਫੈਲ ਕੇ ਉਸ ਨੇ ਇੱਕ ਐਸੀ ਆਵਾਜ਼ ਬੁਲੰਦ ਕੀਤੀ ਕਿ ਪਿੰਡ ਪਿੰਡ ਜਾਗਰੂਕਤਾ ਫੈਲ ਗਈ। ਇਹਨਾਂ ਆਮ ਘਰਾਂ ਦੇ ਵਿੱਚੋਂ ਆਹ ਚਿਹਰੇ ਦੇਖ ਲਓ, ਇਹ ਮੇਰੀਆਂ ਮਾਵਾਂ, ਮੇਰੀਆਂ ਭੈਣਾਂ ਵਰਗੇ ਚਿਹਰੇ ਨੇ। ਇਹ ਮਾਈਆਂ, ਇਹ ਬੀਬੀਆਂ ਸਾਡੀਆਂ, ਜਦੋਂ ਇਹਨਾਂ ਤੱਕ ਇਹ ਗੱਲ ਪਹੁੰਚ ਗਈ, ਜਦੋਂ ਇਹ ਗੱਲ ਸਮਝ ਆ ਗਈ, ਜਥੇਬੰਦੀਆਂ ਨੇ ਸਮਝਾਈ ਕਿ ਭਾਈ ਇਹ ਜਿਹੜੇ ਕਾਨੂੰਨ ਆਏ ਨੇ, ਇਹ ਕਾਨੂੰਨ ਸਾਡੀ ਫਸਲ ਲਈ ਵੀ ਮਾੜੇ ਨੇ, ਸਾਡੀ ਨਸਲ ਲਈ ਵੀ ਮਾੜੇ ਨੇ। ਅਸੀਂ ਆਪਣੀ ਉਮਰ ਭੋਗ ਲਈ ਜਿੰਨੀ ਪ੍ਰਮਾਤਮਾ ਨੇ, ਜਿੰਨੀ ਵਾਹਿਗੁਰੂ ਕੁਦਰਤ ਨੇ ਦਿੱਤੀ, ਪਰ ਆਉਣ ਵਾਲੀਆਂ ਪੀੜ੍ਹੀਆਂ, ਪੁੱਤ ਪੋਤੇ, ਦੋਤੇ ਦੋਤੀਆਂ, ਜਵਾਕਾਂ ਵਾਸਤੇ ਅਸੀਂ ਕੀ ਛੱਡ ਕੇ ਜਾਵਾਂਗੇ ਜੇ ਇਹਨਾਂ ਕਾਨੂੰਨਾਂ ਖਿਲਾਫ ਨਾ ਬੋਲੇ। ਤੇ ਉਸੇ ਬੋਲਣ ਦੇ ਵਿੱਚੋਂ ਮਾਤਾ ਮਹਿੰਦਰ ਕੌਰ ਵਰਗੀਆਂ ਬੀਬੀਆਂ ਸਣੇ ਇਹ ਸਾਡੀਆਂ ਮਾਤਾਵਾਂ ਭੈਣਾਂ ਪੰਜਾਬ ਦੀਆਂ ਸੜਕਾਂ ਦੇ ਉੱਤੇ, ਟੋਲ ਪਲਾਜ਼ਿਆਂ ਦੇ ਉੱਤੇ, ਰੇਲ ਦੀਆਂ ਲਾਈਨਾਂ ਦੇ ਉੱਤੇ, ਟਿਕਰੀ ਬਾਰਡਰ, ਸਿੰਘੂ ਬਾਰਡਰ, ਸਾਰੇ ਮੋਰਚਿਆਂ ਦੇ ਉੱਤੇ ਜਾ ਕੇ ਡਟਦੀਆਂ ਰਹੀਆਂ। ਮਾਤਾ ਮਹਿੰਦਰ ਕੌਰ ਸ਼ਹੀਦ ਹੋ ਗਈ। ਮਾਰਚ ਮਹੀਨੇ 2021 ਦੇ ਵਿੱਚ ਉਸ ਦੀ ਸ਼ਹੀਦੀ ਹੁੰਦੀ ਹੈ। ਗੱਲਬਾਤ ਕਰਦੇ ਹਾਂ। ਬੀਬੀ ਸਤਿ ਸ੍ਰੀ ਅਕਾਲ। ਕੀ ਨਾਮ ਬੀਬੀ ਤੁਹਾਡਾ? ਤੁਸੀਂ ਬੋਲੋ, ਪਹਿਲਾਂ ਤੁਸੀਂ ਬੋਲੋ। ਬੀਬੀ ਤੁਹਾਡੀ ਕਿੰਨੀ ਸਾਂਝ ਸੀ ਮਾਈ ਮਹਿੰਦਰ ਕੌਰ ਨਾਲ? ਨੇ ਇਹ ਮਾਈਆਂ ਜਦੋਂ ਇਹਨਾਂ ਤੱਕ ਇਹ ਜਥੇਬੰਦੀਆਂ ਨੇ
ਤੁਹਾਨੂੰ ਸਮਝ ਆ ਗਈ ਸੀ ਇਹ ਗੱਲ ਵੀ ਜਿਹੜੀਆਂ ਗੱਲਾਂ ਪਿੱਛੇ ਆਪਾਂ ਸੜਕਾਂ ਤੇ ਜਾ ਕੇ ਬੈਠਦੇ ਆਂ, ਧਰਨੇ ਲਾਉਂਦੇ ਆਂ, ਇਹ ਮਾੜੀ ਹੈ। ਅਸੀਂ ਆਪਣੀ ਉਮਰ ਜਿੰਨੀ ਪ੍ਰਮਾਤਮਾ ਨੇ, ਜਿੰਨੀ ਵਾਹਿਗੁਰੂ ਦੀਆਂ ਪੀੜ੍ਹੀਆਂ ਪੁੱਤ ਪੋਤ ਤੇ ਜਾਵਾਂਗੇ, ਜੇ ਇਹਨਾਂ ਕਾਨੂੰਨਾਂ ਦੇ ਵਿੱਚੋਂ ਮਾਤਾ ਮਹਿੰਦਰ ਕੌਰ ਪਲਾਜ਼ਿਆਂ ਦੇ ਉੱਤੇ ਰੇਲ ਦੀਆਂ ਥੋੜੇ ਤੇ ਵੀ ਬਿਰਧਾਂ ਤੇ ਸਿੰਘੂ ਬਾਰਡਰ ਸਾਰੇ ਮੋਰਚੇ ਮਹਿੰਦਰ ਕੌਰ ਸ਼ਹੀਦ ਹੋ ਗਈ 2021 ਦੇ ਵਿੱਚ। ਉਸ ਦੀ ਕੀ ਭਾਣਾ ਵਾਪਰਿਆ ਸੀ ਜਿੱਤੇ ਬੀਬੀ ਸਾਸੀ ਦੇ ਸੱਟ ਲੱਗਦੀ ਹੈ ਮਹਿੰਦਰ ਕੌਰ ਦੇ, ਤੁਹਾਨੂੰ ਪਤਾ ਹੈ? ਤੁਸੀਂ ਬੋਲੋ ਪਹਿਲਾਂ, ਤੁਸੀਂ ਬੋਲੋ। ਉਹਦੇ ਕਾਜ ਤੇ ਦਰਦ ਹੋਣ ਲੱਗ ਗਿਆ। ਧਰਨੇ ਤੇ ਗਈ। ਮਾਤਾ ਤੁਹਾਡਾ ਕੀ ਨਾਂ ਹੈ ਜੀ? ਮੈਂ ਜਿਹੜੇ ਦੇਖਣਗੇ ਆਪਾਂ ਨੂੰ ਮੈਂ ਸਮਝਣਾ ਚਾਹੁੰਦਾ ਜਾਂ ਇਹਨਾਂ ਨੂੰ ਸਮਝਾਉਣਾ ਚਾਹੁੰਦੇ ਆਪਾਂ ਵੀ ਇੱਕ ਬੰਦੇ ਨੇ ਆਪਣੀ ਜਾਨ ਗਵਾ ਲਈ, ਬੇਸ਼ੱਕ ਆਪਾਂ ਆਪਣੀ ਲੜਾਈ ਜਿੱਤ ਗਏ। ਇਹ ਲੜਾਈ ਜਿੱਤਣ ਪਿੱਛੇ 700 ਤੋਂ ਵੱਧ ਸਾਡੇ ਬੰਦੇ ਚਲੇ ਗਏ, ਫਿਰ ਕਿਤੇ ਜਾ ਕੇ ਇਹ ਮੋਦੀ ਪਿੱਛੇ ਮੁੜਿਆ। ਬੀਬੀ ਮਹਿੰਦਰ ਕੌਰ ਕਿਹੋ ਜੀ ਸੀ? ਕਿੱਦਾਂ ਦਾ ਸੁਭਾਅ ਸੀ? ਬਹੁਤ ਵਧੀਆ ਸੀ ਜੀ। ਉਹਦਾ ਤਾਂ ਯਾਦ ਭੁੱਲਦੀ ਹੀ ਨਹੀਂ ਹੈਗੀ। ਇੰਨੀ ਕਿਵੇਂ? ਕਿਸੇ ਨਾਲ ਨਹੀਂ ਲੜੀ ਸੀ ਕਦੇ। ਪਰ ਲੜੀ ਤਾਂ ਸਹੀ, ਉਹ ਮੋਦੀ ਨਾਲ ਲੜੀ। ਉਹਦੇ ਨਾਲ ਤਾਂ ਬਥੇਰਾ ਲੜੀਆਂ, ਸਾਰੀਆਂ ਜਾ ਲੜੀਆਂ ਸੀ, ਤੇ ਇੱਥੇ ਨਹੀਂ ਕਦੇ ਕਿਸੇ ਨਾਲ ਵੀ ਮਿਲੀ ਹੋਈ ਸੀ। ਕੋਈ ਗੱਲਬਾਤ ਜਿਹੜੀ ਉਹਦੀ ਚੇਤੇ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋ? ਬੰਦੇ ਦੇ ਸੁਭਾਅ ਦੇ ਅੱਡ-ਅੱਡ ਹਿੱਸੇ ਹੁੰਦੇ ਨੇ। ਸੁਭਾਅ ਬਹੁਤ ਠੀਕ ਸੀ ਜੀ। 20 ਸਾਲ ਤਾਂ ਅਸੀਂ ਇਕੱਠੀਆਂ ਰਹੀਆਂ ਸੀ। ਅਸੀਂ ਨਹੀਂ ਲੜੀਆਂ ਸੀ ਕਦੇ, ਨਾ ਅਸੀਂ ਬਾਹਰ ਕੇ ਖੜ ਕੇ, ਨਾ ਕਿਸੇ ਨੂੰ ਪਤਾ ਸੀ ਵੀ ਭੈਣਾਂ ਨਕ ਦਰਾਣੀ ਜਠਾਣੀ ਨਾ। ਤੁਸੀਂ ਭੈਣਾਂ ਵੀ ਸੀ, ਦਰਾਣੀ ਜਠਾਣੀ ਇੱਕੋ ਤਰ੍ਹਾਂ ਵਰਤਦੀਆਂ ਸੀ? ਹਾਂ ਸਾਨੂੰ ਐਂ ਕਹਿੰਦੀ ਸੀ ਭੈਣਾਂ ਨੇ ਤਾਂ, ਨਹੀਂ ਤਾਂ ਬਣਦੀਆਂ ਨਹੀਂ ਹੁੰਦੀ ਦਰਾਣੀ ਜਠਾਣੀ ਦੀ। ਹਾਂ 20 ਸਾਲ ਕੱਟਿਆ ਸੀ ਅਸੀਂ ਇਕੱਠੀਆਂ ਨੇ। ਬੀਬੀ ਕਦੇ ਯਾਦ ਤਾਂ ਆਉਂਦੀ ਹੋਊ, ਚੇਤੇ ਆਉਂਦੀ ਹੈ ਕਦੇ? ਬੰਦਾ ਦੇਖੋ ਬੰਦਾ ਵਗ ਜਾਂਦਾ ਪਰ ਭੁੱਲਦਾ ਤਾਂ ਹੁੰਦਾ ਨਹੀਂ। ਬਹੁਤ ਆਉਂਦੀ ਹੈ ਜੀ, ਵਾਧੂ ਆਉਂਦੀ ਹੈ, ਦਿਨ ਰਾਤ ਆਉਂਦੀ ਹੈ ਉਹ ਤਾਂ ਯਾਦ। ਮੇਰਾ ਸਾਥ ਟੁੱਟ ਗਿਆ ਅੱਜ। ਮੇਰੇ ਨਾਲ ਜਾਂਦੀ ਹੁੰਦੀ, ਜਿੱਥੇ ਮੈਂ ਖੜਦੀ ਉੱਥੇ ਖੜਦੀ, ਦੁੱਖ ਸੁੱਖ ਚ ਵੀ। ਹਾਂ ਇਹ ਧਰਨਿਆਂ 'ਚ ਵੀ ਤੁਸੀਂ ਨਾਲ ਗਏ ਹੋ ਉਹਦੇ? ਹਾਂ ਮੈਂ ਹੀ ਲੈ ਕੇ ਗਈ ਜੀ, ਤਿਆਰ ਕਰਕੇ ਘਰੋਂ। ਰੋਟੀ ਪਕਾਉਣ ਲੱਗ ਰਹੀ ਸੀ, ਮੈਂ ਆਖਿਆ ਵੀ ਚੱਲੀਏ। ਕਹਿੰਦੀ ਮੈਂ ਢਿੱਲੀ ਨਾ ਹੋ ਜਾ। ਮੈਂ ਕਿਹਾ ਨਾ ਆਈ ਨਹੀਂ ਹੁੰਦੀ, ਤੈਨੂੰ ਕੁਰਸੀ ਦੇ ਦਾਂਗੇ, ਆਪਾਂ ਟਰਾਲੀ 'ਚ ਕੁਰਸੀ ਲੈ ਚੱਲਾਂਗੇ। ਲੈ ਗਈਆਂ ਅਸੀਂ। ਉੱਥੇ ਉਹ ਕੁਰਸੀ ਤੋਂ ਵੀ ਡਿੱਗ ਪਈ ਜਦੋਂ ਉਹਨੂੰ ਉਹ ਖਾਈ ਕੋਈ। ਫਿਰ ਵੀ ਮੈਂ ਨਾਲ ਹੀ ਫਿਰਦੀ ਰਹੀ ਹਾਂ, ਜਦੋਂ ਮੁੱਕੀ ਹੈ ਮੈਂ ਨਾਲ ਹੀ ਸੀ ਜੀ। ਕੋਈ ਗੱਲ ਜਿਹੜੀ ਅਖੀਰਲੇ ਵੇਲੇ ਉਹਨੇ ਕਹੀ ਹੋਵੇ ਤੁਹਾਡੇ ਧਿਆਨ 'ਚ ਹੋਵੇ? ਕਿ ਤੁਸੀਂ ਤਾਂ ਨਾ, ਸਾਡੇ ਨਾਲ ਬੋਲੀ ਗਈ ਜੀ, ਸਾਨੂੰ ਐਂ ਆਖੀ ਗਈ ਮੈਨੂੰ ਕੁਝ ਨਹੀਂ ਹੁੰਦਾ। ਮੈਂ ਆਖੀ ਗਈ ਵੀ ਤੂੰ ਢਿੱਲੀ ਹੈ? ਕਹਿੰਦੀ ਨਾ ਮੈਂ ਢਿੱਲੀ ਨਹੀਂ ਹੈਗੀ, ਤੁਸੀਂ ਸੋਚ ਨਾ ਕਰੋ। ਮੈਂ ਅਸੀਂ ਰੋਂਦੀਆਂ ਸੀ ਵੀ ਇਹਨੂੰ ਕੀ ਹੋ ਗਿਆ। ਕਹਿੰਦੀ ਨਾ ਮੈਨੂੰ ਕੁਝ ਨਹੀਂ ਹੁੰਦਾ। ਦਲੇਰ ਸੀ ਮਤਲਬ? ਹਾਂ ਪੂਰੀ ਦਲੇਰ। ਇਹ ਬੜਾ ਮਹੱਤਵਪੂਰਨ ਪੱਖ ਹੈ, ਦੇਸ਼ ਦਾ ਅੱਧ ਹੈ। ਔਰਤ ਤੋਂ ਬਿਨਾਂ ਨਾ ਤਾਂ ਪਰਿਵਾਰ ਪੂਰਾ ਹੋ ਸਕਦਾ ਹੈ ਤੇ ਨਾ ਸੰਸਾਰ ਪੂਰਾ ਹੋ ਸਕਦਾ ਹੈ। ਇਹ ਜੰਗ, ਇਹ ਲੜਾਈ 3 ਖੇਤੀ ਕਾਨੂੰਨਾਂ ਦੀ ਜਿੱਤੀ ਨਹੀਂ ਜਾਣੀ ਸੀ ਜੇ ਸਾਡੀਆਂ ਇਹ ਮਾਈਆਂ ਬੀਬੀਆਂ ਘਰਾਂ ਤੋਂ ਤੁਰ ਕੇ ਸੜਕਾਂ ਤੇ ਨਾ ਪਹੁੰਚੀਆਂ ਹੁੰਦੀਆਂ, ਸੜਕਾਂ ਤੇ ਆ ਕੇ ਝੰਡੇ ਨਾ ਚੱਕੇ ਹੁੰਦੇ, ਨਾਅਰੇ ਨਾ ਲਾਏ ਹੁੰਦੇ, ਮਹਿੰਦਰ ਕੌਰ ਮਾਤਾ ਵਾਂਗੂ ਸ਼ਹੀਦੀਆਂ ਨਾ ਦਿੱਤੀਆਂ ਹੁੰਦੀਆਂ। ਇਹ ਲੜਾਈ ਜਿੱਤੀ ਨਹੀਂ ਜਾਣੀ ਸੀ। ਇਹਨਾਂ ਨੂੰ ਸਲਾਮ ਕਰਨਾ ਬਣਦਾ ਹੈ। ਇਹਨਾਂ ਦੇ ਸਹਿਯੋਗ ਤੋਂ ਬਿਨਾਂ ਇਕੱਲੇ ਸਾਡੇ ਜੇਕਰ ਮਰਦ ਲੜ ਰਹੇ ਹੁੰਦੇ ਤਾਂ ਉਹ ਪ੍ਰਭਾਵ ਜਾਂ ਉਹ ਦਬਾਅ ਸ਼ਾਇਦ ਸਰਕਾਰਾਂ ਤੇ ਨਾ ਪੈ ਰਿਹਾ ਹੁੰਦਾ। ਇਹ ਬੜੀ ਸਮਝਣ ਦੀ ਗੱਲ ਹੈ। ਇਸੇ ਕਰਕੇ ਸ਼ਹਾਦਤਾਂ ਦੇ ਇਸ ਸਫ਼ਰ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਹੈ ਕਿ ਹਰ ਉਸ ਘਰ ਪਹੁੰਚਣ ਦਾ ਯਤਨ ਕੀਤਾ ਜਾਵੇ ਜਿਨ੍ਹਾਂ ਨੇ ਆਪਣੇ ਪਰਿਵਾਰਕ ਜੀਆਂ ਨੂੰ ਇਸ ਅੰਦੋਲਨ ਦੇ ਵਿੱਚ, ਇਸ ਮਾੜੇ ਕਾਨੂੰਨਾਂ ਦੇ ਖਿਲਾਫ ਜਿਹੜੀ ਲੜਾਈ ਸੀ ਉਸ ਦੇ ਵਿੱਚ ਗਵਾਇਆ। ਸਤਿ ਸ੍ਰੀ ਅਕਾਲ ਬੀਬੀ, ਕੀ ਨਾਂ ਤੁਹਾਡਾ ਜੀ? ਬੀਬੀ ਮਾਈ ਮਹਿੰਦਰ ਕੌਰ ਬਾਰੇ ਕੀ ਕਹਿਣਾ ਚਾਹੁੰਦੇ? ਅਸੀਂ ਇਕੱਠੇ ਹੀ ਗਏ ਤੇ ਜੀ। ਅੱਛਾ, ਮਾੜੇ ਸਤਿ ਸ੍ਰੀ ਅਕਾਲ ਬੀਬੀ, ਕੀ ਨਾਂ ਤੁਹਾਡਾ ਜੀ? ਉੱਥੇ ਜਾ ਕੇ ਕੀ ਕਹਿਣਾ ਚਾਹੁੰਦੇ? ਮਾੜੇ ਮੈਂ ਇਹੀ ਗੱਲ ਪਹਿਲਾਂ ਪੁੱਛੀ ਸੀ ਬੀਬੀ ਨੂੰ ਵੀ ਜੇ ਕਾਨੂੰਨ ਇਹ ਨਾ ਆਏ ਹੁੰਦੇ, ਨਾ ਧਰਨੇ ਤੇ ਜਾਂਦੇ ਤੇ ਨਾ ਭਾਵੀ ਆਉਂਦੀ। ਤੁਹਾਨੂੰ ਵੀ ਇਹ ਗੱਲ ਦਾ ਪਤਾ ਲੱਗ ਗਿਆ ਸੀ, ਤੁਹਾਨੂੰ ਵੀ ਤੁਰਨਾ ਅਸੀਂ ਦਿੱਲੀ ਵੀ ਗਏ, ਉੱਥੇ
ਉੱਥੇ ਜਾ ਕੇ ਬਸ ਥੋੜੀ ਤੇ ਵੀ ਕਰਨਾ ਹੁੰਦਾ ਉੱਥੇ ਜਾਂਦਾ ਕੀ ਕਹਿਣਾ ਚਾਹੁੰਦੇ ਇਦੋਂ ਪਹਿਲਾਂ ਦੇਖੋ ਤੁਸੀਂ ਮੇਰੀਆਂ ਮਾਈਆਂ ਹੋ, ਇਦੋਂ ਪਹਿਲਾਂ ਕਦੇ ਇਹੋ ਜਿਹੇ ਧਰਨੇ ਲੱਗਦੇ? ਅਸੀਂ ਤਾਂ ਇਹ ਜਿਹਾ ਕੁਛ ਦੇਖਿਆ ਨਹੀਂ 7-8 ਜਣੇ ਮੈਂ ਇਹੀ ਗੱਲ ਪਹਿਲਾਂ ਬਸ ਉੱਥੇ ਜਾ ਕੇ ਬਸ ਥੋੜੀ ਕੀ ਕਹਿਣਾ ਤੁਸੀਂ? ਸਾਰੀਆਂ ਇਕੱਠੀਆਂ ਜਾਂਦੀਆਂ ਜੇ ਮੋਦੀ ਤੇ ਕਾਲੇ ਕਾਨੂੰਨ ਲਿਆਇਆ ਤਾਂ ਅਸੀਂ ਧਰਨੇ 'ਚ ਇਕੱਠੀਆਂ ਹੋ ਕੇ ਲੜਾਈ ਲੜੀ ਨਹੀਂ ਮੈਂ ਇਹੀ ਗੱਲ ਪਹਿਲਾਂ ਇਕੱਲੇ ਭਾਈਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਲੜਾਈ ਲੜੀ ਨਹੀਂ ਇਕੱਲੇ ਭਾਈ ਜਿੱਤ ਨਹੀਂ ਸਕਦੇ ਤੇ ਸਾਡੇ ਜੋਰ ਨਾਲ ਹੀ ਜਿੱਤੀ ਗਈ ਹੈ। ਅਸੀਂ ਕਹਿੰਦੇ ਵੀ ਸਾਰੀਆਂ ਇਕੱਠੀਆਂ ਜਾਂਦੀਆਂ ਤੇ ਜੇ ਮੋਦੀ ਤੇ ਕਾਲੇ ਕਾਨੂੰਨ ਲਿਆਇਆ ਤਾਂ ਅਸੀਂ ਧਰਨੇ 'ਚ ਇਕੱਠੀਆਂ ਹੋ ਕੇ ਲੜਾਈ ਲੜੀ ਨਹੀਂ ਲੜੀ ਨਹੀਂ ਜਾਂਦੀ ਤੇ ਇਕੱਲੇ ਭਾਈਆਂ ਦੇ ਨਾਲ ਮੋਢੇ ਨਾਲ ਆ ਵੀ ਬਹੁਤ ਵੱਡੀ ਗੱਲ ਹੈ। ਹਾਂ ਭੈਣ ਜਿਹੜੀ ਤੂੰ ਗੱਲ ਕਹੀ ਹੈ ਨਾ, ਇਕੱਲੇ ਭਾਈ ਜਿੱਤ ਨਹੀਂ ਸਕਦੇ ਤੇ ਸਾਡੇ ਜੋ ਇਕੱਲੇ ਭਾਈਆਂ ਦੇ ਜਿੱਥੇ ਜਾਂਦੇ ਕਹਿੰਦੇ ਵੀ ਸਾਰੀਆਂ ਇਕੱਠੀਆਂ ਜਾਂਦੀਆਂ ਤੇ ਅੱਗੇ ਨੂੰ ਵੀ ਇਹ ਚਾਹੀਦਾ। ਮੈਂ ਕਹਿੰਦਾ ਵੀ ਮੂਰੇ ਜਾਣਾ ਅਸੀਂ ਧਰਨੇ 'ਚ ਇਕੱਠੀਆਂ ਹੋ ਕੇ ਲੜਾਈ ਲੜੀ ਨਹੀਂ ਲੜੀ ਨਹੀਂ ਜਾਂਦੀ ਤੇ ਇਕੱਲੇ ਭਾਈਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਲੜਾਈ ਲੜੀ ਨਹੀਂ ਇਕੱਲੇ ਭਾਈ ਜਿੱਤ ਨਹੀਂ ਸਕਦੇ ਤੇ ਸਾਡੇ ਜੋ ਇਹ ਸਮਝ ਆ ਗਈ ਸੀ ਭੈਣ ਮੇਰੀ ਇਹ ਵੀ ਲਿਆਇਆ ਸਾਨੂੰ ਆਪਣੇ ਜਵਾਕ ਬਚਾਉਣੇ ਪੈਣਗੇ ਆ ਕਾਨੂੰਨ। ਨਹੀਂ ਲੜੀ ਨਹੀਂ ਜਾਂਦੀ ਕਿ ਇਕੱਲੇ ਭਾਈ ਸੰਤੌਰੀ ਪਿੰਡਾਂ 'ਚ ਪਹਿਲਾਂ ਸਮਝਾਤਾ ਸੀ ਲੜਾਈ ਲੜੀ ਇਹ ਕਾਲੇ ਕਾਨੂੰਨ ਆਪਣੇ ਵਾਸਤੇ ਬਹੁਤ ਮਾੜੇ ਨੇ ਤੇ ਖੇਤੀ ਕਾਨੂੰਨ ਆਪਣੇ ਵਾਸਤੇ ਕੁਝ ਨਹੀਂ ਰਹਿਣਾ ਆਖੇ ਆਪਣਾ ਕਾਨੂੰਨ ਲਿਆਇਆ ਘਰ ਬਰਬਾਦ ਹੋ ਜਾਣਾ ਕਾਲੇ ਕੇ ਲੜਾਈ ਲੜੀ ਨਹੀਂ ਲੜੀ ਨਹੀਂ ਜਾਂਦੀ ਇਕੱਲੇ ਭਾਈ ਖੜੇ ਹੋਏ ਤਾਂ ਇਹ ਅਸੀਂ ਰੱਦ ਕਰਾਈ ਕਾਨੂੰਨ। ਇਹ ਸਵਾਲ ਨਾ ਮੇਰਾ ਪਿਆਰੇ ਦਰਸ਼ਕੋ, ਇਹ ਸਵਾਲ ਮੇਰਾ ਉਹਨਾਂ ਲੀਡਰਾਂ ਲਈ ਆ ਹੁਣ ਜਿਹੜੇ ਮਤਲਬ ਖਾਸ ਤੌਰ ਤੇ ਸੈਂਟਰ ਦੀ ਪਾਰਟੀ ਦੇ ਉਹਨਾਂ ਲੀਡਰਾਂ ਲਈ ਇਹ ਸਵਾਲ ਹੈ ਜਿਹੜੇ ਕਹਿੰਦੇ ਸੀ ਤੇ ਫਿਰ ਤਾਂ ਹੀ ਅਸੀਂ ਉਦੋਂ ਵੀ ਜਿੱਦਨੇ ਕਾਨੂੰਨ ਵਾਪਸ ਹੋਏ ਹੈ ਕਿ ਕੁਛ ਇੱਕ ਕਿਸਾਨ ਨੂੰ ਸਵਾਲ ਨਾ ਮੇਰਾ ਸਮਝ ਨਹੀਂ ਆਇਆ। ਇਹ ਸਵਾਲ ਮੇਰਾ ਬੈਠੀਆਂ ਸਾਡੀਆਂ ਭੈਣਾਂ ਉਹਨਾਂ ਲੀਡਰਾਂ ਲਈ ਆ ਹੁਣ ਜਿਹੜੇ ਦੇ ਸਵਾਲਾਂ ਦੇ ਜਵਾਬ ਦਿੰਦੇ ਹੋ ਜਾਂ ਜਿਹੜੇ ਤਰਕ ਇਹਨਾਂ ਦੇ ਕੋਲੇ ਨੇ ਕਿ ਇਹਨਾਂ ਨੂੰ ਇਹ ਗੱਲ ਸਮਝ ਆ ਗਈ ਸੀ ਕਿ ਇਹਨਾਂ ਉਦੋਂ ਵੀ ਜਿੱਦਨੇ ਕਾਨੂੰਨ ਵਾਪਸ ਹੋਏ ਹੈ ਜੇ ਇਹ ਕਾਨੂੰਨ ਰਹਿਣਗੇ ਕਿਸਾਨ ਨੂੰ ਕੋਈ ਇੱਕ ਫੇਰ ਇਹ ਨਹੀਂ ਰਹਿਣਗੇ ਇਹਨਾਂ ਦੇ ਪਰਿਵਾਰ ਨਹੀਂ ਰਹਿਣਗੇ ਬੈਠੀਆਂ ਲਈ ਜ਼ਮੀਨਾਂ ਤਾਂ ਛੱਡੋ ਜਿਹੜੇ ਮਤਲਬ ਖਾਸ ਤੌਰ ਤੇ ਆਤਮਾ ਕੀ ਕਹਿੰਦੀ ਉਹਨਾਂ ਲੀਡਰਾਂ ਦੇ ਸਵਾਲ ਹੈ ਜਿਹੜੇ ਕਹਿੰਦੇ ਸਾਡੇ ਵਾਸਤੇ ਕੀ ਕਰਕੇ ਗਏ ਹੋ ਉਦੋਂ ਵੀ ਭੈਣੇ ਅੱਗੇ ਨੂੰ ਕੱਲ ਨੂੰ ਕੋਈ ਇਹੀ ਜੀ ਫਿਰ ਕੋਈ ਲੜਾਈ ਆਉਂਦੀ ਹੈ ਕਿਸਾਨ ਨੂੰ ਕੋਈ ਇਹ ਕਾਨੂੰਨ ਸਮਝ ਨਹੀਂ ਆਏ ਆ ਬੈਠੀਆਂ ਸਾਡੀਆਂ ਭੈਣਾਂ ਆ ਬੈਠੀਆਂ ਸਿਰਾਂ ਲਈ ਆ ਹੁਣ ਜਿਹੜੇ ਮਤਲਬ ਖਾਸ ਤੌਰ ਤੇ ਸੈਂਟਰ ਦੀ ਪਾਰਟੀ ਦੇ ਉਹਨਾਂ ਲੀਡਰ ਮਤਲਬ ਹੁਣ ਤਾਂ ਡਰ ਚੱਕਦਾ ਮੋਦੀ ਨੇ ਸੀ ਉਦੋਂ ਵੀ ਜਿੱਦਨੇ ਕਾਨੂੰਨ ਵਾਪਸ ਹੋਏ ਹੈ ਕਿ ਕੁਛ ਇੱਕ ਕਿਸਾਨ ਨੂੰ ਕੋਈ ਇਹ ਕਾਨੂੰਨ ਸਮਝ ਨਹੀਂ ਆਏ ਆ ਬੈਠੀਆਂ ਸਾਡੀਆਂ ਭੈਣਾਂ ਆ ਬੈਠੀਆਂ ਸਿਰਾਂ ਲਈ ਆ ਹੁਣ ਜਿਹੜੇ ਮਤਲਬ ਖਾਸ ਤੌਰ ਤੇ ਸੈਂਟਰ ਦੀ ਪਾਰਟੀ ਦੇ ਉਹਨਾਂ ਲੀਡਰਾਂ ਲਈ ਇਹ ਸਵਾਲ ਹੈ ਜਿਹੜੇ ਕਹਿੰਦੇ ਸੀ ਸਰਕਾਰਾਂ ਤੋਂ ਉਦੋਂ ਵੀ ਜਿੱਦਨੇ ਕਾਨੂੰਨ ਵਾਪਸ ਹੋਏ ਹੈ ਲੀਡਰ ਆਉਣਗੇ ਕਿਸਾਨ ਨੂੰ ਕੋਈ ਇਹ ਕਾਨੂੰਨ ਸਮਝ ਨਹੀਂ ਆਏ ਆ ਬੈਠੀਆਂ ਸਾਡੀਆਂ ਭੈਣਾਂ ਆ ਬੈਠੀਆਂ ਸਿਰਾਂ ਲਈ ਆ ਹੁਣ ਜਿਹੜੇ ਨਾ ਜਿਵੇਂ ਲਾਲਚ ਦਿੰਦੇ ਨੇ ਇਹ ਚਲੋ ਹੁਣ ਬੀਬੀਆਂ ਬੈਠੀਆਂ ਨੇ ਸਵਾਲ ਆ ਗਿਆ ਲਾਲਚ ਦਿੰਦੇ ਨੇ ਵੀ ਭਾਈ ਮਾਈਆਂ ਨੂੰ ਵੀ ਜਿੱਦਨੇ ਕਾਨੂੰਨ ਵਾਪਸ 1000 2000 ਦਿਆ ਕਰਾਂਗੇ ਕੁਛ ਕਿਸਾਨ ਨੂੰ ਕੋਈ ਇਹ ਕਾਨੂੰਨ ਸਮਝ ਨਹੀਂ ਆਏ ਆ ਬੈਠੀਆਂ ਸਾਡੀਆਂ ਭੈਣਾਂ ਆ ਬੈਠੀਆਂ ਕੋਈ ਲੋੜ ਨਹੀਂ ਹੁਣ ਸਾਡੇ ਕੋਲ ਪੈਸਾ ਨਾ ਜਿਵੇਂ ਲਾਲਚ ਦਿੰਦੇ ਨੇ ਇਹ ਚਲੋ ਹੁਣ ਬੀਬੀਆਂ ਬੈਠੀਆਂ ਨੇ ਸਵਾਲ ਆ ਗਿਆ ਲਾਲਚ ਦਿੰਦੇ ਨੇ ਵੀ ਭਾਈ ਮਾਈਆਂ ਨੂੰ ਬੀਬੀਆਂ ਨੂੰ ਅਸੀਂ 1000 2000 ਦਿਆ ਕਰਾਂਗੇ ਨਾ ਜੀ ਸਾਨੂੰ ਕੋਈ ਲਾਲਚ ਨਹੀਂ ਹੈ ਮਤਲਬ ਸਾਨੂੰ ਪੈਸਿਆਂ ਦੀ ਸਰਕਾਰਾਂ ਬਣਾਉਣੀ ਨਾ ਜਿਵੇਂ ਲਾਲਚ ਦਿੰਦੇ ਨੇ ਇਹ ਚਲੋ ਹੁਣ ਬੀਬੀਆਂ ਬੈਠੀਆਂ ਨੇ ਸਵਾਲ ਆ ਗਿਆ ਲਾਲਚ ਦਿੰਦੇ ਨੇ ਵੀ ਭਾਈ ਮਾਈਆਂ ਨੂੰ ਬੀਬੀਆਂ ਨੂੰ ਅਸੀਂ 1000 2000 ਦਿਆ ਕਰਾਂਗੇ ਨਾ ਜੀ ਸਾਨੂੰ ਲੜਾਈ ਆਪੀ ਲੜਨੀ ਪਊਗੀ ਆਪੀ ਹੈ ਮਤਲਬ ਸਾਨੂੰ ਪੈਸਿਆਂ ਦੀ ਸਰਕਾਰ ਸਾਨੂੰ ਕੁਝ ਨਹੀਂ ਦਿੰਦੀ ਹੈਗੀ ਨਾ ਕੁਝ ਨਾ ਜਿਵੇਂ ਲਾਲਚ ਦਿੰਦੇ ਨੇ ਇਹ ਚਲੋ ਹੁਣ ਬੀਬੀਆਂ ਬੈਠੀਆਂ ਨੇ ਸਵਾਲ ਆ ਗਿਆ ਲਾਲਚ ਦਿੰਦੇ ਨੇ ਵੀ ਭਾਈ ਮਾਈਆਂ ਨੂੰ ਦੇ ਵਿੱਚ ਸਵਾਲ ਬੜਾ ਮਹੱਤਵਪੂਰਨ 1000 2000 ਦਿਆ ਕਰਾਂਗੇ ਔਰ ਮੈਂ ਇਸ ਸਵਾਲ ਨੂੰ ਹੋਰ ਜ਼ਿਆਦਾ ਗੰਭੀਰਤਾ ਨਾਲ ਚੱਕਣਾ ਚਾਹੁੰਦਾ ਹਾਂ ਕਿਉਂਕਿ ਨਾ ਜਿਵੇਂ ਲਾਲਚ ਦਿੰਦੇ ਨੇ ਇਹ ਚਲੋ ਹੁਣ ਬੀਬੀਆਂ ਬੈਠੀਆਂ ਨੇ ਸਵਾਲ ਆ ਗਿਆ ਸ਼ਹੀਦ ਲਾਲਚ ਦਿੰਦੇ ਨੇ ਵੀ ਭਾਈ ਮਾਈਆਂ ਨੂੰ ਬੀਬੀਆਂ ਨੂੰ ਅਸੀਂ 1000 2000 ਦਿਆ ਕਰਾਂਗੇ ਜਦੋਂ ਨਾਰਾ ਵੀ ਲੱਗਦਾ ਨਾ ਕਿ ਕੀ ਕਰਨਗੇ ਜੇਲ੍ਹਾਂ ਥਾਣੇ ਲੋਕਾਂ ਦੇ ਹੜ ਵੱਧਦੇ ਜਾਣੇ ਲੋਕ ਨਾ ਜਿਵੇਂ ਲਾਲਚ ਦਿੰਦੇ ਨੇ ਇਹ ਚਲੋ ਹੁਣ ਬੀਬੀਆਂ ਬੈਠੀਆਂ ਨੇ ਸਵਾਲ ਆ ਗਿਆ ਸਮਝ ਆ ਜੀ ਲਾਲਚ ਦਿੰਦੇ ਨੇ ਵੀ ਭਾਈ ਮਾਈਆਂ ਨੂੰ ਬੀਬੀਆਂ ਨੂੰ ਅਸੀਂ 1000 2000 ਦਿਆ ਕਰਾਂਗੇ ਨਾ ਜੀ ਸਾਨੂੰ ਕੋਈ ਲਾਲਚ ਨਹੀਂ ਫਿਲਹਾਲ ਰੁਕਦੇ ਹਾਂ ਹੈ ਮਤਲਬ ਬ੍ਰੇਕ ਦੇ ਅਗਲੇਰੇ ਪਾਰ ਮਾਤਾ ਮਹਿੰਦਰ ਕੌਰ ਨਾ ਜਿਵੇਂ ਲਾਲਚ ਦਿੰਦੇ ਨੇ ਇਹ ਚਲੋ ਹੁਣ ਬੀਬੀਆਂ ਬੈਠੀਆਂ ਨੇ ਸਵਾਲ ਆ ਗਿਆ ਸ਼ਹਾਦਤਾਂ ਦੇ ਇਸ ਸਫ਼ਰ ਦੇ ਵਿੱਚ ਮੁੜ ਤੋਂ ਤੁਹਾਡਾ ਸਵਾਗਤ ਹੈ। ਇਹ ਸਵਾਗਤ ਵੀ ਕਾਹਦਾ ਜਦੋਂ ਅਸੀਂ 700 ਤੋਂ ਵੱਧ ਆਪਣੀਆਂ ਕੁਰਬਾਨੀਆਂ ਕਰਵਾ ਲਈਆਂ ਹੋਣ ਸਿਰਫ ਇੱਕ ਰਾਜ ਹੱਟ ਕਰਕੇ। 3 ਹੱਠ ਸਾਡੇ ਵੇਦ ਪੁਰਾਣ ਸ਼ਾਸਤਰਾਂ ਗੁਰਬਾਣੀ ਦੇ ਵਿੱਚ ਵੀ ਲਿਖਿਆ ਬਾਲ ਹੱਟ ਤ੍ਰਿਆ ਹੱਟ ਤੇ ਰਾਜ ਹੱਟ। ਇਹ ਪਤਾ ਨਹੀਂ ਕਿਸ ਲੋਕਤੰਤਰਿਕ ਪ੍ਰਣਾਲੀ ਦੇ ਵਿੱਚ ਰਹਿ ਰਹੇ ਹਾਂ ਅਸੀਂ ਹਾਲਾਂਕਿ ਅਸੀਂ ਹੁੱਬ ਕੇ ਇਹ ਕਹਿੰਦੇ ਨਹੀਂ ਥੱਕਦੇ ਕਿ ਅਸੀਂ ਇਸ ਵਕਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹਾਂ
ਇਸੇ ਲੋਕਤੰਤਰ ਦੇ ਵਿੱਚ ਜਿੱਥੇ ਹਾਕਮਾਂ ਨੂੰ ਸਿਰਫ ਵੋਟਾਂ ਦਾ ਹੀ ਹੱਟ ਹੋ ਜਾਵੇ ਤਾਂ ਫਿਰ ਉੱਥੇ ਉਹਨਾਂ ਲਈ 750 ਕੁਰਬਾਨੀਆਂ ਕੋਈ ਮਾਇਨੇ ਨਹੀਂ ਰੱਖਦੀਆਂ, ਜਾਂ ਇਹ ਗੱਲ ਕੋਈ ਮਾਇਨੇ ਨਹੀਂ ਰੱਖਦੀ ਕਿ ਕੋਈ 70 ਸਾਲ ਦਾ ਬਜ਼ੁਰਗ, ਕੋਈ 80 ਸਾਲ ਦੀ ਮਾਤਾ ਸੜਕਾਂ ਦੇ ਉੱਤੇ ਬੈਠ ਕੇ ਆਪਣੇ ਆਉਣ ਵਾਲੀ ਪੀੜ੍ਹੀ ਲਈ ਹੱਕ ਮੰਗ ਰਹੀ ਹੈ, ਨਾਅਰੇ ਲਾ ਰਹੀ ਹੈ। ਭਾਵੇਂ ਬਰਸਾਤ ਪੈ ਰਹੀ ਹੈ, ਭਾਵੇਂ ਕੱਕਰ ਦੀਆਂ ਰਾਤਾਂ ਨੇ, ਤੇ ਭਾਵੇਂ ਸਿਖਰ ਦੁਪਹਿਰਾ ਸਿਰ ਦੇ ਉੱਤੋਂ ਦੀ ਲੰਘ ਕੇ ਜਾ ਰਹੇ ਆ। ਸਰਕਾਰਾਂ ਨੂੰ ਫਿਕਰ ਨਹੀਂ ਪੈਂਦਾ, ਸਰਕਾਰਾਂ ਨੂੰ ਫਰਕ ਨਹੀਂ ਪੈਂਦਾ, ਤੇ ਫਿਰ ਇਹ ਕਾਹਦਾ ਸਵਾਗਤ ਜਿਹੜਾ ਹਰ 5 ਸਾਲੀ ਸਾਨੂੰ ਕਰਨਾ ਪੈਂਦਾ। ਪਿੰਡ ਗੰਡੂਆਂ ਸ਼ਹੀਦ ਮਾਤਾ ਮਹਿੰਦਰ ਕੌਰ ਦੇ ਪਰਿਵਾਰ ਦੇ ਵਿੱਚ, ਉਹਨਾਂ ਦੇ ਘਰ ਦੇ ਵਿੱਚ ਬੈਠੇ ਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੇ ਬਲਾਕ ਪ੍ਰਧਾਨ ਸਾਡੇ ਨਾਲ ਨੇ। ਪ੍ਰਧਾਨ ਜੀ ਨਾਲ ਗੱਲਬਾਤ ਕਰਦੇ ਹਾਂ। ਪ੍ਰਧਾਨ ਜੀ ਸਤਿ ਸ੍ਰੀ ਅਕਾਲ, ਕੀ ਨਾਂ ਜੀ ਤੁਹਾਡਾ? ਜਸਵੰਤ ਸਿੰਘ ਜੀ, ਧੌਲਾਵਾਲ ਬਲਾਕ ਪ੍ਰਧਾਨ ਸਨਾਮ ਬੀਕੇ ਜੋਗਾ। ਪ੍ਰਧਾਨ ਜੀ, ਪਹਿਲਾਂ ਤਾਂ ਮਾਤਾ ਜੀ ਦੀ ਸ਼ਖਸੀਅਤ ਬਾਰੇ, ਕਿਉਂਕਿ ਦੇਖੋ ਤੁਹਾਨੂੰ ਜਦੋਂ ਜਥੇਬੰਦੀ ਨੇ ਇੱਕ ਜ਼ਿੰਮੇਵਾਰੀ ਦਿੱਤੀ ਆ ਤਾਂ ਤੁਸੀਂ ਹਰ ਪਰਿਵਾਰ ਤੁਹਾਡਾ ਆਪਣਾ ਪਰਿਵਾਰ ਬਣ ਜਾਂਦਾ ਹੈ। ਖਾਸ ਤੌਰ ਦੇ ਉੱਤੇ ਉਹ ਜਿਹੜਾ ਸੰਘਰਸ਼ ਦੇ ਵਿੱਚ ਸ਼ਹੀਦ ਹੁੰਦਾ ਹੈ ਉਹ 'ਤੇ ਵੱਧ ਤੁਹਾਡਾ ਧਿਆਨ ਹੁੰਦਾ ਹੈ। ਮਾਤਾ ਦੀ ਕਿੰਨੀ ਕੁ ਹਾਜ਼ਰੀ ਸੀ, ਮਾਤਾ ਦੀ ਜੀਵਨ ਝਾਕ? ਤਕਰੀਬਨ ਮਾਤਾ ਦੀ ਹਾਜ਼ਰੀ ਜਿਹੜੀ ਪ੍ਰੋਗਰਾਮਾਂ ਦੇ ਵਿੱਚ ਬਹੁਤ ਵਧੀਆ ਰਹੀ ਹੈ। ਜੇ ਠੀਕਰੀ ਬਾਰਡਰ ਤੇ ਜਦੋਂ ਇਹ ਗਏ ਆ ਜਾਣੀ ਉੱਥੇ ਵੀ ਇਹ ਢਿੱਲੇ ਮਿੱਠੇ ਹੋ ਗਏ, ਤੇ ਉਸ ਤੋਂ ਬਾਅਦ ਅਸੀਂ ਦਵਾਈ ਬੂਟੀ ਦਵਾ ਕੇ ਪੰਜਾਬ ਭੇਜਤੇ। ਪੰਜਾਬ ਆਉਣ ਦੇ ਵਿੱਚ ਇਹ ਸੁਨਾਮ ਵੀ ਗਿਆ ਮਾੜਾ ਮੋਟਾ ਢਿੱਲੇ ਮੱਠ ਦੇ ਵਿੱਚ। ਸਾਨੂੰ ਜਿਹਨੇ ਦਿੱਲੀ ਬੈਠਿਆਂ ਨੂੰ ਇਹ ਪਤਾ ਲੱਗਿਆ ਵੀ ਐਂ ਕਰਕੇ ਮਾਤਾ ਜੀ ਦੀ ਮੌਤ ਹੋ ਗਈ, ਤੇ ਸੰਘਰਸ਼ ਦਾ ਪਰਿਵਾਰ ਲੈ ਵੀ ਗਿਆ ਦੀ ਚੱਕ ਕੇ, ਲਹਿਰੇ ਦਾਖਲ ਵੀ ਕੀਤੀ ਇਹਨਾਂ ਨੇ। ਚਲੋ ਮਤਲਬ ਨਾ ਆਪਦਾ ਸਹਾਰਦੀ ਹੋਈ ਮਾਤਾ ਜਣੀ ਜਦੋਂ ਸਾਂਸ ਪੂਰੇ ਹੋ ਗਏ ਸਾਨੂੰ ਸੁਨੇਹਾ ਗਿਆ, ਮੈਸੇਜ ਵਗ ਗਿਆ, ਤੇ ਅਸੀਂ ਸਾਰੀ ਰਿਪੋਰਟ ਭੇਜੀ ਜਿਵੇਂ ਇੰਟੈਲੀਜੈਂਸੀ ਨੂੰ ਭੇਜਦੇ ਹਾਂ, ਹੋਰ ਸਾਰੇ ਪੱਤਰਕਾਰਾਂ ਨੂੰ, ਮੀਡੀਆ ਨੂੰ। ਜਣੀ ਇਸ ਤਰ੍ਹਾਂ ਮਾਤਾ ਦੀ ਮੌਤ ਹੋਈ। ਇਕੱਲੀ ਮਾਤਾ ਮਹਿੰਦਰ ਕੌਰ ਦੀ ਗੱਲ ਨਹੀਂ, ਜਿਹੜਾ 750 ਤੋਂ ਉੱਪਰ ਕਿਸਾਨ ਜਿਹੜਾ ਟੀਕਰੀ ਬਾਰਡਰ ਦੇ ਉੱਪਰ ਸ਼ਹੀਦ ਹੋਇਆ, ਜਣੀ ਉਹਦੇ ਵਿੱਚ ਵੱਡੀ ਪੱਧਰ ਤੇ ਸਾਡੀਆਂ ਮਾਵਾਂ ਭੈਣਾਂ, ਜਿਵੇਂ ਖੀਵੇ ਦੀਆਂ ਸਾਡੀਆਂ ਮਾਵਾਂ ਨੇ ਜਿਨ੍ਹਾਂ ਦੇ ਉੱਪਰ ਟਿੱਪਰ ਚੜ੍ਹਿਆ ਗਿਆ, ਜਣੀ ਉਦੋਂ ਅਸੀਂ ਖੁਦ ਉੱਥੇ ਤੇ ਅਸੀਂ ਜਾ ਕੇ ਆਪ ਸਾਮੀਆਂ ਨੇ ਮਾਈਆਂ ਦੋ ਦੀ, ਜਣੀ ਮੌਕੇ ਤੇ ਜਦੋਂ ਮੌਤ ਹੋ ਗਈ, ਇੱਕ ਅਸੀਂ ਹਸਪੀਟਲ ਦੇ ਵਿੱਚ ਜਾ ਕੇ ਦਮ ਤੋੜ ਗਈ। ਜਣੀ ਉਹ ਬੜਾ ਦਰਦਨਾਕ ਹਾਦਸਾ ਦੀ ਜਿਹੜਾ ਅਸੀਂ ਝੱਲ ਨਹੀਂ ਸਕੇ, ਸਾਡੀਆਂ ਅੱਖਾਂ ਦੇਖ ਨਹੀਂ ਸਕੀਆਂ। ਜਣੀ ਇੰਨੇ ਹਸਮੁਖ ਉਹ ਮਾਈਆਂ ਨੇ, ਜਣੀ ਅਸੀਂ ਜਦੋਂ ਉਹਨਾਂ ਦੀ ਸਾਰੀ ਸਟੋਰੀ ਸੁਣੀ, ਕਹਾਣੀ ਸੁਣੀ, ਵੀ ਉਹ ਸਵੇਰੇ 3 ਵਜੇ ਉੱਠ ਕੇ ਮਾਈਆਂ ਨੇ ਜਣੀ ਸਾਰੇ ਆਲੇ ਦੁਆਲੇ ਦੇ ਜਿਹੜੇ ਭਰਾ ਨੇ ਉਹਨਾਂ ਦੇ ਲੰਗਰ ਤਿਆਰ ਕੀਤੇ, ਹੱਸਦੀਆਂ ਵੀ ਅਸੀਂ ਇੰਨੇ ਵਜੇ ਭਾਈ ਟ੍ਰੇਨ ਚੜ੍ਹਨਾ ਜਾਣਾ ਹੈ, ਕਿਉਂਕਿ ਉਹਨਾਂ ਦੀ ਵਾਰੀ ਬੰਨੀ ਹੋਈ ਸੀ। ਸਾਰੇ ਪੰਜਾਬ ਦੇ ਵਿੱਚੋਂ ਇਸੇ ਤਰ੍ਹਾਂ ਇਸੇ ਪਿੰਡ ਦੇ ਵਿੱਚੋਂ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਸਾਡੀਆਂ ਮਾਵਾਂ ਭੈਣਾਂ ਨੇ ਉਹ ਦਿੱਲੀ ਟੀਕਰੀ ਬਾਰਡਰ ਦੇ ਉੱਪਰ ਸਾਡੇ ਕੋਲੇ ਮੌਜੂਦ ਰਹਿੰਦੀਆਂ ਨੇ। ਜਣੀ ਹਫ਼ਤੇ ਬਾਅਦ ਦੂਜੀਆਂ ਬਾਗੀਆਂ, ਹਫ਼ਤੇ ਬਾਅਦ ਦੂਜੇ ਬਾਗੀਆਂ, ਇਸ ਤਰ੍ਹਾਂ ਜਣੀ ਮਾਈਆਂ ਦੀ ਜਿਹੜੀ ਚੈਨ ਤੀ ਉਹ ਬਣੀ ਹੋਈ ਸੀ। ਕਿਉਂਕਿ ਜਦੋਂ ਇਹ ਤਿੰਨੇ ਕਾਲੇ ਕਾਨੂੰਨ ਆਏ ਨਾ, ਇਹ ਉਸ ਸਮੇਂ ਜਣੀ ਸਾਡੀ ਜਥੇਬੰਦੀ ਖਾਸ ਕਰਕੇ ਭਾਰਤੀ ਕਿਸਾਨ ਏਕਤਾ ਉਗਰਾਹਾਂ ਇਹ ਸਮਝ ਚੁੱਕੀ ਸੀ ਵੀ ਜਿਹੜੇ ਇਹ ਕਾਨੂੰਨ ਨੇ ਛੋਟੀ ਲੜਾਈ ਨਹੀਂ। ਬੇਸ਼ੱਕ ਬਹੁਤ ਸਾਰੀਆਂ ਜਥੇਬੰਦੀਆਂ ਕਹਿੰਦੀਆਂ ਤਾਂ ਵੀ ਜਦੋਂ ਆਪਾਂ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬਹਿ ਗਏ ਵੀ ਬਾਹਲੇ ਦਿਨ ਨਹੀਂ ਲੱਗਣੇ, ਛੇਤੀ ਮਸਲਾ ਹੱਲ ਹੋ ਜਾਣਾ। ਜਣੀ ਅਸੀਂ ਸਮਝਦੇ ਤੇ ਵੀ ਇਹ ਲੜਾਈ ਲੰਮੀ ਲੜਨੀ ਪੈਣੀ ਹੈ। ਜਦੋਂ ਅਸੀਂ ਪਿੰਡਾਂ ਦੇ ਵਿੱਚੋਂ ਮੋਰਚੇ ਸ਼ੁਰੂ ਕੀਤੇ ਹੈ, ਜਣੀ ਅਸੀਂ ਚੁੱਲ੍ਹੇ ਤੇ ਇਹ ਸਾਰੀਆਂ ਗੱਲਾਂ ਲੈ ਗਏ। ਸਾਰੇ ਪੰਜਾਬ ਦੇ ਚੁੱਲ੍ਹਿਆਂ ਤੇ ਜਦੋਂ ਇਹ ਗੱਲ ਚਲੀ ਗਈ, ਫਿਰ ਵੱਡੀ ਪੱਧਰ ਤੇ ਜਣੀ ਸਾਨੂੰ ਜਿਹੜਾ ਸਾਥ ਆ ਉਹ ਮਿਲਣਾ ਸ਼ੁਰੂ ਹੋ ਗਿਆ। ਚੁੱਲ੍ਹਿਆਂ ਤੇ ਗੱਲ ਪਹੁੰਚ ਗਈ ਵੀ ਲੜਾਈ ਚੁੱਲ੍ਹਿਆਂ ਦੀ ਹੈ, ਚੁੱਲ੍ਹਿਆਂ ਦੀ ਹੈ। ਮਤਲਬ ਇਹ ਸਾਰੀ ਗੱਲ ਦੱਸਦੀ ਵੀ ਜਿਹੜੀ ਇਹ ਕਾਨੂੰਨ ਨੇ ਇਹ ਭਾਈ ਖਾਸ ਕਰਕੇ ਸਾਡੇ ਆਉਣ ਵਾਲੇ ਭਵਿੱਖ ਲਈ, ਸਾਡੇ ਬੱਚਿਆਂ ਲਈ ਬਹੁਤ ਖਤਰਨਾਕ ਕਾਨੂੰਨ ਨੇ। ਸਾਡੇ ਜਿਹੜੀਆਂ ਜ਼ਮੀਨਾਂ ਨੇ ਨਹੀਂ ਛੱਡਣੀਆਂ ਇਹਨਾਂ ਨੇ, ਜਿਸ ਢੰਗ ਨਾਲ ਇਹ ਕਾਨੂੰਨ ਲੈ ਕੇ ਆਉਂਦੇ ਆ। ਜਾਣੀ ਇੱਥੋਂ ਲੜਾਈ ਪੰਜਾਬ 'ਚੋਂ ਸ਼ੁਰੂ ਹੋ ਕੇ ਦਿੱਲੀ ਦੀਆਂ ਬਰੂਹਾਂ ਤੇ ਜਦੋਂ ਚਲੀ ਗਈ ਨਾ, ਦਿੱਲੀ ਦੀਆਂ ਬਰੂਹਾਂ ਤੇ ਜਦੋਂ ਅਸੀਂ ਬੈਠੇ ਹਾਂ ਉਦੋਂ ਬਹੁਤ ਸਾਰੇ ਸਾਡੇ ਤੇ ਲੇਪ ਲਾਏ ਗਏ ਵੀ ਇਹ ਅੱਤਵਾਦੀ ਹੈ, ਨਕਸਲੀ ਹੈ, ਮਾਓਵਾਦੀ ਹੈ। ਜਾਣੀ ਇਹ ਇਕੱਲੇ ਪੰਜਾਬ ਦੀ ਲੜਾਈ ਹੈ, ਕੁਝ ਹਿੱਸਿਆਂ ਦੀ ਲੜਾਈ ਹੈ, ਹਰਿਆਣੇ ਦਾ ਕੁਝ ਹਿੱਸਾ ਹੈ। ਜਾਣੀ ਅਸੀਂ ਇਹ ਸਮਝਦੇ ਤੇ ਵੀ ਇਸ ਤਰ੍ਹਾਂ ਨਹੀਂ, ਇਹ ਪੂਰੇ ਭਾਰਤ ਦੀ ਲੜਾਈ ਹੋ ਜਾਣੀ ਹੈ। ਪੂਰੇ ਭਾਰਤ ਦੀ ਨਹੀਂ, ਅੱਜ ਤਾਂ ਪੂਰੇ ਵਿਸ਼ਵ ਦੀ, ਪੂਰੀ ਦੁਨੀਆ ਦੀ ਲੜਾਈ ਬਣ ਗਈ ਸੀ। ਜਾਣੀ ਜਦੋਂ ਅਸੀਂ ਜਾ ਕੇ ਬੈਠੇ ਹਾਂ, ਹਰਿਆਣੇ ਨੇ ਬਹੁਤ ਵੱਡੀ ਪੱਧਰ ਤੇ ਸਾਥ ਦਿੱਤਾ ਹੈ, ਰਾਜਸਥਾਨ ਦੇ ਵਿੱਚੋਂ, ਯੂਪੀ ਦੇ ਵਿੱਚੋਂ, ਜਾਣੀ 4 ਸਪੇਰੋਂ
ਜਦੋਂ ਸਾਨੂੰ ਸਾਥ ਮਿਲਣਾ ਸ਼ੁਰੂ ਹੋ ਗਿਆ, ਇਸ ਅੰਦੋਲਨ ਦੀ ਜਿਹੜੀ ਚੜ੍ਹਤਾ ਹੋਰ ਰੋਜ਼ਾਨਾ ਵੱਧਦੀ ਗਈ। ਜਾਣੀ ਸਰਕਾਰਾਂ ਨੇ ਬੇਸ਼ੱਕ ਸਾਡੇ ਨਾਲ ਕਸਰ ਨਹੀਂ ਛੱਡੀ, ਹਰੇਕ ਥਾਵੇਂ ਸਾਨੂੰ ਜਾਣੀ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ, ਕਿਤੇ ਨਕਸਲੀ, ਕਿਤੇ ਮਾਓਵਾਦੀ, ਇਹ ਤਾਂ ਜਾਣੀ ਖਾਲਿਸਤਾਨ ਬਣਾਉਣਾ ਚਾਹੁੰਦੇ ਆ। ਇਸ ਤਰ੍ਹਾਂ ਦੇ ਨਾਅਰੇ ਸਾਡੇ ਤੇ ਬਹੁਤ ਸਾਰੇ ਲਾਏ ਗਏ, ਪਰ ਅਸੀਂ ਉਹਨਾਂ ਦੀ ਇਹਨਾਂ ਗੱਲਾਂ ਦਾ ਪ੍ਰਵਾਹ ਨਾ ਕਰਦੇ ਹੋਏ ਅਸੀਂ ਉਹਨਾਂ ਦੇ ਹਰੇਕ ਗੱਲ ਦਾ ਜਵਾਬ ਦਿੱਤਾ ਮੌਕੇ ਤੇ। ਪਰ ਸਾਨੂੰ ਇਹ ਪਤਾ ਸੀ ਵੀ ਇਹ ਲੜਾਈ ਇੱਕ ਦਿਨ ਅਸੀਂ ਜ਼ਰੂਰ ਜਿੱਤਾਂਗੇ। ਜਿੱਡੀ ਵੱਡੀ ਪੱਧਰ ਤੇ ਸਾਡੇ ਕਿਸਾਨਾਂ ਦਾ, ਬੱਚਿਆਂ ਦਾ, ਨੌਜਵਾਨਾਂ ਦਾ ਜਾਣੀ ਸਾਨੂੰ ਸਾਥ ਮਿਲ ਰਿਹਾ, ਸਾਨੂੰ ਇਸ ਗੱਲ ਦਾ ਪੂਰਨ ਆਸ ਸੀ ਵੀ ਇਹ ਲੜਾਈ ਇੱਕ ਦਿਨ ਆਪਾਂ ਜ਼ਰੂਰ ਜਿੱਤ ਕੇ ਘਰਾਂ ਨੂੰ ਵਾਪਸ ਜਾਵਾਂਗੇ। ਕਿਉਂਕਿ ਜਦੋਂ ਜਿੱਧਰ ਨੂੰ ਵੀ ਅਸੀਂ ਜਾਂਦੇ ਤੇ ਸਾਨੂੰ ਵਧੀਆ ਹੰਗੂਰਾ ਮਿਲਦਾ ਸੀ, ਵਧੀਆ ਸਾਥ ਮਿਲਦਾ ਸੀ। ਸਾਡੇ NRI ਭਰਾਵਾਂ ਨੇ ਸਾਡੇ ਨਾਲ ਬਹੁਤ ਵੱਡੀ ਪੱਧਰ ਤੇ ਸਹਿਯੋਗ ਦਿੱਤਾ ਹੈ। ਨਾ ਉਹਨਾਂ ਨੇ ਪੈਸੇ ਕਣੀਓ ਕਮੀ ਛੱਡੀ ਹੈ, ਨਾ ਸਾਨੂੰ ਸਮਾਨ ਕਣੀਓ ਕਮੀ ਛੱਡੀ ਹੈ। ਸ਼ਾਇਦ ਜੇ ਸਾਨੂੰ ਇਹ ਬਾਹਰੋਂ ਨਾ ਸਾਡਾ ਐਡਾ ਵੱਡਾ ਸਹਿਯੋਗ ਮਿਲਦਾ, ਸ਼ਾਇਦ ਸਾਨੂੰ ਇਹ ਅੰਦੋਲਨ ਲੜਨਾ ਬਹੁਤ ਔਖਾ ਹੋ ਜਾਂਦਾ। ਜਾਣੀ ਉਹਨਾਂ ਦੇ ਸਾਥ ਦੇ ਸਿਰ ਤੇ ਅਸੀਂ ਅੱਜ ਕਹਿ ਸਕਦੇ ਹਾਂ ਵੀ ਇਕੱਲੇ ਅੱਜ ਕਿਸਾਨਾਂ ਦੀ ਲੜਾਈ ਨਹੀਂ, ਅੱਜ ਹਰੇਕ ਬੱਚੇ ਦੀ ਇਹ ਲੜਾਈ ਤੇ ਹਰੇਕ ਬੱਚੇ ਨੇ ਇਹਦੇ ਵਿੱਚ ਯੋਗਦਾਨ ਪਾਇਆ, ਤਾਂ ਆਪਾਂ ਇਹ ਲੜਾਈ ਜਿੱਤ ਕੇ ਘਰਾਂ ਨੂੰ ਸਾਰੇ ਵਾਪਸ ਆਏ। ਪ੍ਰਧਾਨ ਜੀ, ਮੈਨੂੰ ਪਤਾ ਤੁਹਾਡੇ ਕੋਲੇ ਸਮੇਂ ਦੀ ਕਮੀ ਹੈ, ਇਹਨਾਂ ਸ਼ਹਾਦਤਾਂ ਦਾ ਜ਼ਿੰਮੇਵਾਰ ਕੌਣ ਹੈ? ਇਹਨਾਂ ਸਾਥ ਮਾਈ ਮਹਿੰਦਰ ਕੌਰ ਵੀ ਤੁਰ ਗਈ, ਹੋਰ ਵੀ ਕਿੰਨੇ ਤੁਰ ਗਏ? ਜਿਹੜੇ 750 ਕਿਸਾਨ ਸਾਡੇ ਸ਼ਹੀਦ ਹੋਏ ਆ, ਇਹਨਾਂ ਦੇ ਅਸਲੀ ਜ਼ਿੰਮੇਵਾਰ ਜਾਣੀ ਰਾਜਕਰਤਾ ਲੋਕ ਨੇ, ਮੋਦੀ ਹਕੂਮਤ ਹੈ, ਜਿਨ੍ਹਾਂ ਨੇ ਸਾਡੇ ਤੇ ਜਾਣੀ ਲੰਮੇ ਸਮੇਂ ਤੋਂ ਇਹ ਇਸ ਤਰ੍ਹਾਂ ਜਾਣੀ ਸਾਡੇ ਜਿਹੜੇ ਪਹਿਲਾਂ ਇਹਨਾਂ ਨੇ ਪਬਲਿਕ ਅਦਾਰੇ ਖੋਣੇ ਸ਼ੁਰੂ ਕੀਤੇ, ਜਾਣੀ ਹੌਲੀ ਜਿਹੜੀ ਉਹ ਕਾਨੂੰਨਾਂ ਦੇ ਨਾਲ ਸਾਡੀ ਜਿਹੜੀ ਵਿੱਦਿਆ ਖੁੱਸਣ ਲੱਗ ਗਈ। ਉਸ ਕਾਨੂੰਨ ਦੇ ਤਹਿਤ ਇਹ ਤਿੰਨੇ ਕਾਨੂੰਨ ਜਿਹੜੇ ਕਾਲੇ ਲੈ ਕੇ ਆਏ ਆ। ਫਿਰ ਜਾਣੀ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਇੰਨਾ ਵੱਡਾ ਦਬਾਅ ਤੇ ਇੰਨਾ ਵੱਡਾ ਕਸ਼ਟ ਸੀ ਵੀ ਫੌਰੀ ਜੇ ਲਾਗੂ ਕਰੋਗੇ ਤਾਂ ਅਸੀਂ ਤੁਹਾਡੀ ਜਿਹੜੀ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਚੀਜ਼ ਦੀ ਪੈਸੇ ਦੀ ਹੋਰ ਚੀਜ਼ ਜ਼ਰੂਰਤ ਹੈ ਉਹ ਅਸੀਂ ਤਾਂ ਦੇਵਾਂਗੇ। ਜਾਣੀ ਉਸੇ ਗੱਲ ਦੇ ਵਿੱਚੋਂ ਮੋਦੀ ਸਾਹਿਬ ਨੂੰ ਇਹ ਲੱਗਿਆ ਵੀ ਮੈਂ ਫੌਰੀ ਜਾਣੀ ਇਹ ਕਾਨੂੰਨ ਲੈ ਕੇ ਆਵਾਂ ਜਿਹਦੇ ਨਾਲ ਮੇਰੀ ਹੋਰ, ਕਿਉਂਕਿ ਇਸ ਤੋਂ ਪਹਿਲਾਂ ਮੋਦੀ ਸਾਹਿਬ ਨੇ ਜਿੰਨੇ ਵੀ ਲੈ ਕੇ ਆਏ, ਚਾਹੇ ਉਹ NRI ਦਾ ਮਸਲਾ ਹੋਵੇ, ਚਾਹੇ ਆਪਣੇ ਜੰਮੂ ਕਸ਼ਮੀਰ ਦੇ ਵਿੱਚ 370 ਤੇ 35 ਇਹ ਧਾਰਾ ਖਤਮ ਕੀਤੀ ਹੈ, ਮੁਸਲਮਾਨਾਂ ਤੇ ਹਮਲਾ ਬੋਲਿਆ, ਜਾਣੀ ਉਹ ਜਿੰਨੇ ਵੀ ਹਮਲੇ ਲੈ ਕੇ ਆਏ। ਜਦੋਂ ਅਸੀਂ ਮੁਸਲਮਾਨ ਭਰਾਵਾਂ ਦੇ ਸਪੋਰਟ ਤੇ ਦਿੱਲੀ ਦੇ ਵਿੱਚ ਗਿਆ ਨਾ, ਉਦੋਂ ਸਾਨੂੰ ਬਹੁਤ ਸਾਰੇ ਪੰਜਾਬ ਦੇ ਵਿੱਚੋਂ ਅਫਸਰਸ਼ਾਹੀ ਇਹ ਸਵਾਲ ਕਰਦੀ ਸੀ ਵੀ ਮਸਲਾ ਜੀ ਕਿਤੇ ਜੰਮੂ ਦਾ ਹੁੰਦਾ ਹੈ, ਕਿਤੇ ਦਿੱਲੀ ਦਾ ਹੁੰਦਾ ਹੈ, ਤੁਹਾਡਾ ਇਹਦੇ ਨਾਲ ਇਹਨਾਂ ਗੱਲਾਂ ਨਾਲ ਕੀ ਮਤਲਬ, ਤੁਸੀਂ ਉਹਨਾਂ ਦੀ ਸਪੋਰਟ ਤੇ ਕਿਉਂ ਜਾਂਦੇ ਹੋ? ਜਾਣੀ ਅਸੀਂ ਉਹਨਾਂ ਨੂੰ ਇਹ ਜਵਾਬ ਦਿੱਤਾ ਵੀ ਭਰਾਵੋ, ਜਿਹੜਾ ਇਹ ਐਡਾ ਵੱਡਾ ਹਮਲਾ ਮੋਦੀ ਹਕੂਮਤ ਲੈ ਕੇ ਆ ਰਹੀ ਹੈ, ਇਹ ਉਹ ਦਿਨ ਦੂਰ ਨਹੀਂ, ਇੱਕ ਦਿਨ ਇਹ ਹਮਲਾ ਆਪਣੇ ਪੰਜਾਬ ਦੇ ਲੋਕਾਂ ਤੇ ਹੀ ਬੋਲਣਾ। ਜਾਣੀ ਉਹ ਗੱਲ ਸਾਡੇ ਸਾਹਮਣੇ ਆ ਗਈ, ਲੋਕਾਂ ਨੂੰ ਦੱਸਿਆ ਵੀ ਜਿਹੜਾ ਤੁਸੀਂ ਕਹਿੰਦੇ ਤੇ ਅੱਜ ਉਹ ਗੱਲ ਤੁਹਾਡੇ ਸਾਹਮਣੇ ਆ ਭਰਾਵੋ। ਅੱਜ ਉਹ ਹਮਲੇ ਨੂੰ ਰੋਕਣ ਲਈ ਸਾਨੂੰ ਉਹਨਾਂ ਭਰਾਵਾਂ ਦਾ ਵੀ ਜਿਹੜਿਆਂ ਦੀ ਅਸੀਂ ਮਦਦ ਤੇ ਗਏ ਤੇ ਉਹ ਵੀ ਅੱਜ ਸਾਨੂੰ ਵੱਡਾ ਸਹਿਯੋਗ ਦੇਣਗੇ। ਇਸ ਕਰਕੇ ਜਾਣੀ ਉਹਨਾਂ ਨੇ ਸਹਿਯੋਗ ਦਿੱਤਾ ਵੀ ਤੇ ਲੜਾਈ ਅਸੀਂ ਜਿੱਤੀ ਵੀ ਹੈ। ਜਾਣੀ ਇੰਨਾ ਕੁ ਵੀ ਸਾਰੇ ਪੂਰੀ ਦੁਨੀਆ ਦੇ ਵਿੱਚ ਸਾਡੇ ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਭੈਣਾਂ ਭਰਾਵਾਂ ਨੂੰ ਇਹ ਪਤਾ ਲੱਗ ਗਿਆ ਵੀ ਭਰਾਵੋ, ਜਿਨ੍ਹਾਂ ਨੂੰ ਤੁਸੀਂ 72 ਸਾਲਾਂ ਤੋਂ ਆਪਣੀਆਂ ਵੋਟਾਂ ਪਾ ਕੇ ਆਪਣੇ ਬਣਾਉਂਦੇ ਆ ਰਹੇ ਤੇ, ਵੀ ਅਸਲ ਤੁਹਾਡੇ ਸੀਸਾ ਜਿਹੜਾ ਉਹ ਸਾਹਮਣੇ ਆ ਗਿਆ ਵੀ ਅਸਲੀ ਤੁਹਾਡਾ ਕੌਣ ਹੈ, ਬਗਾਨਾ ਤੁਹਾਡਾ ਕੌਣ ਹੈ। ਇਸ ਕਰਕੇ ਅੱਜ ਜਿਹੜਾ ਵੋਟਾਂ ਦੇ ਵਿੱਚ ਆ ਰਾਮ ਰੌਲਾ ਅੱਗੇ ਪਿੰਡਾਂ 'ਚ ਪੈਂਦਾ ਹੁੰਦਾ, ਅੱਜ ਤੁਹਾਡੇ ਸਾਹਮਣੇ ਆ ਸੁੰਨਸਾਨ ਪਈ ਹੈ, ਕਿਤੇ ਨਹੀਂ ਕੋਈ ਬੋਲਦਾ, ਕਿਤੇ ਨਹੀਂ ਕੋਈ ਇਹਨਾਂ ਦੇ ਇਕੱਠਾਂ 'ਚ ਜਾਂਦਾ। ਜਾਣੀ ਹਾਲਾਂਕਿ ਇਹਨਾਂ ਨੂੰ ਉਲਟਾ ਪਿੰਡਾਂ ਦੇ ਵਿੱਚ ਆ ਕੇ ਅੱਜ ਵੀ ਜਥੇਬੰਦੀਆਂ ਦੇ ਕਹਿਣ ਤੋਂ ਬਾਵਜੂਦ ਵੀ ਅੱਜ ਇਹਨਾਂ ਨੂੰ ਆਪ ਮੁਹਾਰੇ ਲੋਕ ਸਵਾਲ ਕਰ ਰਿਹਾ, ਪੁੱਛ ਰਿਹਾ ਵੀ ਦੱਸੋ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਰੋਗੇ। ਜਾਣੀ ਇਹਨਾਂ ਦੇ ਸਵਾਲਾਂ ਦਾ, ਲੋਕਾਂ ਦੇ ਸਵਾਲਾਂ ਦਾ ਜਵਾਬ ਇਹਨਾਂ ਸਰਕਾਰਾਂ ਕੋਲੇ ਨਹੀਂ ਹੈ। ਰਿਸ਼ਤਿਆਂ ਦੀ ਅਹਿਮੀਅਤ ਸਿਰਫ ਉਹੀ ਸਮਝਦਾ ਹੈ ਜਿਹੜਾ ਉਸ ਰਿਸ਼ਤੇ ਦੇ ਨਿਭਾਅ ਦੇ ਵਿੱਚੋਂ ਹੁੰਦਾ ਹੈ। ਮਾਂ ਜਿਹੜੀ ਹੈ ਉਹ ਦੁਨੀਆ ਦਾ ਸਭ ਤੋਂ ਪਵਿੱਤਰ ਲਫ਼ਜ਼ ਸਮਝਿਆ ਗਿਆ ਤੇ ਸਭ ਤੋਂ ਪਵਿੱਤਰ ਹੀ ਰਿਸ਼ਤਾ ਸਮਝਿਆ ਗਿਆ। ਹੁਣ ਜਦੋਂ ਬਾਤ ਆਪਾਂ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਦੀ ਪਾ ਰਹੇ ਹਾਂ ਤਾਂ ਇਹ ਲੜਾਈ ਕਿਸ ਲਈ ਸੀ? ਧਰਤੀ ਲਈ। ਤੇ ਧਰਤੀ ਨੂੰ ਜ਼ਿਮੀਦਾਰ ਜਾਂ ਧਰਤੀ ਨੂੰ ਜ਼ਮੀਨ ਵਾਹੁਣ ਵਾਲਾ ਕੀ ਕਹਿੰਦਾ? ਮਾਂ। ਇਹ ਲੜਾਈ ਧਰਤੀ ਮਾਂ ਦੀ ਸੀ। ਤੇ ਉਧਰੋਂ ਗੱਲ ਹੋ ਰਹੀ ਹੈ ਮਾਤਾ ਮਹਿੰਦਰ ਕੌਰ ਦੀ। ਤਾਂ ਮਾਤਾ ਮਹਿੰਦਰ ਕੌਰ ਦਾ ਪੁੱਤਰ ਬਈ ਅਜੈਬ ਸਿੰਘ ਸਾਡੇ ਨਾਲ। ਬਈ ਪਹਿਲਾਂ ਤਾਂ ਦੁੱਖ ਹੈ ਕਿ ਇਹਨਾਂ ਕਾਨੂੰਨਾਂ ਕਰਕੇ ਜੇ ਇਹ ਲੜਾਈ ਨਾ ਛਿੜੀ ਹੁੰਦੀ, ਹੋ ਸਕਦਾ ਬੀਬੀ ਸਾਡੇ ਦਰਮਿਆਨ ਬੈਠੀ ਹੁੰਦੀ, ਤੁਹਾਡੇ ਦਰਮਿਆਨ ਬੈਠੀ ਹੁੰਦੀ।
ਅਜੈਬ ਕਿਵੇਂ ਜੇ ਸੀ ਮਾਤਾ ਦਾ ਇੱਥੋਂ ਧਰਨਿਆਂ ਦੇ ਵਿੱਚ ਜਾਣਾ ਤੇ ਹੋਰ? ਜਾਂਦੀ ਤਾਂ ਡੇਲੀ ਵਾਂਗੂ ਧਰਨਾ ਦਿੱਤਾ ਜੀ। ਉਹ ਹੁਣ 5-7 ਦਿਨ ਹੋ ਗਏ ਸਨਾਮ ਲੱਗਦੇ ਧਰਨਾ ਜੀ। ਉਹ ਵਿੱਚ ਦੀ ਮੈਂ ਕਹਿਣ ਲੱਗਾ ਤੂੰ ਨਾ ਜਾ ਵੀ ਇਕੱਠ ਫਾਲਾ ਹੁੰਦਾ। ਉਹਦੇ ਮੈਨੂੰ ਨਾਲ ਲੜ ਕੇ ਕਹਿੰਦੀ ਤੂੰ ਤਾਂ ਰੋਜ਼ ਬਾਅਦ 8 ਦਿਨ ਜਾਂਦੇ ਨੂੰ ਕਹਿੰਦੀ। ਅੱਛਾ ਵੀ ਤੂੰ ਤਾਂ ਜਾਣਾ ਹੈ, ਮੈਨੂੰ ਜਾਣ ਨਹੀਂ ਦਿੰਦਾ। ਹਾਂ ਕਹਿੰਦੀ ਮੈਨੂੰ ਜਾਣ ਨਹੀਂ ਦਿੰਦਾ। ਸਾਡੇ ਪਿੰਡੋਂ ਦੇ 6 ਟਰਾਲੀਆਂ ਗਏ ਜੀ। ਅੱਛਾ ਹਾਂ ਉਦੋਂ ਉਹ ਹੋਟਲ 'ਚ ਬਹਿ ਗਈ, ਮੈਂ ਹੋਰ 'ਚ ਬਹਿ ਗਿਆ ਜੀ। ਉਦੋਂ ਬਾਅਦ ਇਕੱਠ ਦੀ ਬਾਲਾ ਜੀ ਉੱਥੇ। ਪਹਿਲਾਂ ਤਾਂ ਗਰਮੈਸ਼ ਜੀ ਰਹੀ ਜੀ ਉੱਥੇ ਮੰਡੀ 'ਚ, ਫਿਰ ਉਦੋਂ ਬਾਅਦ ਨੇਰੀ ਜਾ ਗਈ ਜੀ। ਪੈਪਾਂ ਉੱਥੇ ਗੱਡੀਆਂ ਤਾਂ ਹੁੰਦੀਆਂ ਸਮਝੋ ਖੜਾਈਆਂ ਜਿਹੀਆਂ ਹੁੰਦੀਆਂ। ਪਹਿਲਾਂ ਤਾਂ ਸਿਰ 'ਚ ਪੈਪ ਜੀ ਵੱਜ ਕੇ ਉਹ ਚੱਕਰ ਜਾ ਗਿਆ ਜੀ। ਅੱਛਾ ਮਾਤਾ ਦੇ ਜਦੋਂ ਹਨੇਰੀ ਆਈ ਤਾਂ ਉਹ ਟੈਂਟ ਡਿੱਗਿਆ ਜਦੋਂ? ਹਾਂਜੀ ਹਾਂ ਚੱਕਰ ਜਾ ਗਿਆ ਤੇ ਪ੍ਰਧਾਨ ਜੀ ਨੂੰ ਕਹਿੰਦਾ ਦਵਾਈ ਦਵਾ ਲੈਣਾ, ਪਾਣੀ ਪੂਣੀ ਦਿੱਤਾ ਨੇ, ਠੀਕ ਹੋਈ ਹੋਊਗੀ। ਠੀਕ ਜਾਉਂਦੇ ਹੋਏ ਫਿਰ ਉਹ ਟਰਾਲੀ 'ਚ ਬਹਿ ਕੇ ਕੁਰਸੀ ਤੇ ਪਿੰਡ ਨੂੰ ਆਦੇ ਵਾਪਸ ਜੀ। ਸਾਜਲੀ ਪੁਲ ਦੇ ਉੱਤੋਂ ਟਰਾਲੀ ਦੇ ਉੱਤੋਂ ਜੰਪ ਜਾ ਪੈ ਗਿਆ, ਕੁਰਸੀ ਟੁੱਟ ਕੇ ਦੁਬਾਰੇ ਟਰਾਲੀ ਦੇ ਵਿੱਚ ਫੇਰ ਡਿੱਗ ਪਈ ਜੀ। ਓਹੋ ਉਦੋਂ ਬਾਅਦ ਰੋਟੀ ਟੁੱਕ ਖਾ ਕੇ ਵਧੀਆ ਪਈ ਹੱਥ ਨੇ ਜੀ। ਰਾਤ ਨੂੰ 11 ਵਜੇ ਕਹਿੰਦੀ ਮੇਰੇ ਦਰਦ ਹੁੰਦਾ। ਅਸੀਂ ਉਰੋਂ ਪਿੰਡੋਂ ਡਾਕਟਰ ਬੁਲਾਇਆ ਜੀ। ਡਾਕਟਰ ਬੁਲਾਇਆ ਜਦੋਂ ਡਾਕਟਰ ਨੇ ਗੋਲੀਆਂ ਦੇ ਕੇ ਸਮਾਤੀ ਜੀ। ਉਹ ਤੜਕੇ ਸਨੇ ਹੀ ਫਿਰ 7-8 ਵਜੇ ਅਸੀਂ ਲੈ ਕੇ ਲੈ ਰਹੀ ਜੀ। ਲੈ ਰਹੇ ਉਹ ਕਹਿੰਦਾ ਵੀ ਜਦੋਂ ਉਹਨੇ ਚੈੱਕਅਪ ਜਾ ਕਰਿਆ ਡਾਕਟਰ ਨੇ ਕਹਿੰਦਾ ਵੀ ਪਟਿਆਲੇ ਰੈਫਰ ਕਰਨੀ ਪਊਗੀ। 2 ਵਜੇ ਜਾ ਕੇ ਜਿਵੇਂ ਪਟਿਆਲੇ ਰੈਫਰ ਕਰਤੀ ਜੀ। 4 ਵਜੇ ਤੋਂ ਮੈਂ ਤੁਰਿਆਂਗਾ ਜੀ। ਉਹ ਕਹਿੰਦੀ ਮੈਂ ਠੀਕ ਠਾਕ ਵੀ ਤੂੰ ਵਗ ਜਾ ਕਰ ਨੂੰ ਹਸਪਤਾਲ ਦਾਖਲ ਕਰਾ ਕੇ। ਹਾਂਜੀ ਹਾਂ 5:45 ਮਿੰਟ ਦਾ ਮੇਰੇ ਕੋਲ ਫੋਨ ਆਇਆ, ਕਹਿੰਦੇ ਵੀ ਚਾਹ ਪੀ 2 ਫੁਲਕੇ ਰੋਟੀ ਦੀਆਂ ਖਾ ਜਾ, ਕਹਿੰਦੇ ਡਬਲ ਰੋਟੀ ਦੀਆਂ ਵੀ ਮਤਲਬ ਚਾਹ ਪੀਣ ਲੱਗ ਰਹੀ ਆ। ਹਜੇ ਮੈਂ ਰਸਤੇ ਸੀ 5:50 ਮਿੰਟ ਤੇ ਕਹਿੰਦੇ ਵੀ ਅਸੀਂ ਲੈ ਕੇ ਆਉਣੇ ਪੂਰੀ ਹੋ ਗਈ। ਮਤਲਬ 15-20 ਮਿੰਟਾਂ 'ਚ ਪਹਿਲਾਂ ਹਜੇ ਚਾਹ ਪੀ ਕੇ ਹਟੀ ਹੈ। 4 ਵਜੇ ਤਾਂ ਮੈਂ ਮੇਰੀ ਭੈਣ ਆਈ, ਉਦੋਂ ਬਾਅਦ ਹੀ ਗੱਲਾਂ ਬਾਤਾਂ ਕਰਾ ਕੇ 4 ਵਜੇ ਤਾਂ ਮੈਂ ਆਇਆ ਉੱਥੋਂ। ਫਿਰ ਮੇਰੀ ਭੈਣ ਨੇ ਫੋਨ ਕਰਿਆ ਵੀ 5:45 ਮਿੰਟਾਂ ਤੇ ਕਹਿੰਦੇ ਵੀ ਚਾਹ ਪੀਣ ਲੱਗ ਰਿਹਾ। ਮੇਰੇ ਹੁੰਦੇ ਚਾਹ ਮੰਗਦੀ ਦਿਓ, ਡਾਕਟਰ ਨੇ ਭੇਜ ਦੇਣੀ ਨਹੀਂ। ਫਿਰ ਮੇਰੇ ਮਗਰੋਂ ਚਾਹ ਦਿੱਤੀ, ਜੋ 2 ਘੁੱਟਾਂ ਚਾਹ ਦੀਆਂ ਭਰੀਆਂ, 2 ਡੱਬੇ ਉੱਤੇ ਭਰ ਕੇ ਕਹਿ ਦੇਣੀਆਂ। 5 ਮਿੰਟਾਂ ਬਾਅਦ ਕਹਿੰਦੇ ਵੀ ਲੈ ਕੇ ਵੀ ਤਾਂ ਪੂਰੀ ਹੋ ਗਈ। ਦੱਸੋ ਚਾਹ ਦੀਆਂ 2 ਘੁੱਟਾਂ ਤੇ 2 ਬਈ ਉਹੀ ਬੀਬੀ ਜਿਹੜੀ ਅਖੀਰਲੇ ਵਕਤ 2 ਚਾਹ ਦੀਆਂ ਘੁੱਟਾਂ 2 ਬੁਰਕੀਆਂ ਖਾ ਕੇ ਗਈ। ਜਦ ਤੂੰ ਨਿਆਣਾ ਸੀਗਾ ਤੇਰੇ ਮੂੰਹ 'ਚ ਬੁਰਕੀਆਂ ਪਾਉਂਦੀ ਹੋਈ? ਹਾਂਜੀ ਹਾਂ ਯਾਦ ਆ ਬੀਬੀ ਦੀ ਕੁਛ? ਹਾਂਜੀ ਕੀ ਯਾਦ ਆ? ਸਾਰੀ ਜ਼ਿਆਦਾ ਜੀ। ਅੱਗੇ ਤਾਂ ਸੀ ਕਿਤੇ ਫਿਰ ਜਾਂਦੀ ਸੋਚ ਰਹਿੰਦੀ ਜੀ। ਹੁਣ ਤਾਂ ਘੰਟਾ ਛੱਡ ਕੇ ਜਾਂਦਾ ਘਰ। ਤਾਂ ਹੀ ਕਹਿੰਦੇ ਆ ਬਜ਼ੁਰਗ ਘਰ ਦਾ ਜਿੰਦਾ ਹੁੰਦੇ। ਉਹ ਤਾਂ ਪਹਿਲਾਂ ਜੀ, ਹੁਣ ਜਾਣ ਤੋਂ ਪਹਿਲਾਂ 20 ਵਾਰੀ ਸੋਚਦੇ ਹੋਣਗੇ। ਉਹ ਤਾਂ ਪਹਿਲਾਂ ਹੀ ਹੋਰ ਸਕੂਲ 'ਚ ਵੀ 6 ਘੰਟੇ ਜਾਂਦੇ ਉੱਥੇ ਮੇਰਾ ਵੀ ਘਰੇ ਮਗਰੋਂ ਇੰਨਾ ਹੋਈ ਜਾਂ ਨਾ ਹੋਏ। ਜੇ ਉਹ ਹੁੰਦੀ ਫਿਰ ਫਿਕਰ ਹੀ ਨਹੀਂ ਸੀ ਕੋਈ। ਫਿਰ ਕੋਈ ਫਿਕਰ ਹੁੰਦੀ ਜੀ। ਫਿਰ ਪਹਿਲਾਂ ਦਿੱਲੀ 8-8 ਦਿਨ ਬੈਠੇ ਰਹਿੰਦੇ ਜੀ। ਫੋਨ ਵੀ ਨਹੀਂ ਕਰਦੇ ਤੇ ਘਰੇ। ਧਰਨੇ ਤੇ ਮਾਈ ਦੇ ਹੁੰਦੇ। ਹਾਂਜੀ ਤੇਰੇ ਦਰਸ਼ਕੋ ਕਈ ਵਾਰ ਨਾ ਲਫ਼ਜ਼ ਖਤਮ ਹੋ ਜਾਂਦੇ ਆ, ਔਰ ਲਫ਼ਜ਼ਾਂ ਦਾ ਖਤਮ ਹੋ ਜਾਣਾ, ਉਸ ਤੋਂ ਬਾਅਦ ਚੁੱਪ ਹੋ ਜਾਣੀ, ਇਹ ਬਹੁਤ ਜ਼ਰੂਰੀ ਹੁੰਦੀ ਹੈ। ਚੁੱਪ ਦੇ ਅਰਥਾਂ ਨੂੰ ਤੇ ਚੁੱਪ ਦੇ ਸ਼ੋਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹਨੇ ਆਪਣੀ ਮਾਤਾ ਖੋਈ ਹੈ ਬਾਈ ਅਜੈਬ ਨੇ। ਠੀਕ ਹੈ ਮਾਈ ਬਿਰਧ ਸੀ, ਪਰ ਕਾਰਨ ਕੀ ਬਣਿਆ? ਨਾ ਮਾਤਾ ਜੀ ਧਰਨੇ ਤੇ ਜਾਂਦੇ ਹੁੰਦੇ, ਨਾ ਇਹ ਕਾਨੂੰਨ ਆਏ ਹੁੰਦੇ, ਨਾ ਧਰਨੇ ਤੇ ਜਾਣਾ ਪੈਂਦਾ, ਨਾ ਮਾਤਾ ਦੇ ਸੱਟ ਲੱਗਦੀ, ਤੇ ਨਾ ਮਾਤਾ ਇਸ ਸੰਸਾਰ ਤੋਂ ਰੁਖਸਤ ਹੁੰਦੀ। ਹੋ ਸਕਦਾ ਹੁਣ ਇਸ ਵਕਤ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਇਹਨਾਂ ਨਾਲ ਸਾਂਝ ਪਾ ਰਹੇ ਹਾਂ, ਹੋ ਸਕਦਾ ਮਾਤਾ ਜੀ ਇਸ ਘਰ ਦੇ ਵਿੱਚ ਹੁੰਦੇ ਤੇ ਸਾਡੇ ਆਉਣ ਦਾ ਸਬੱਬ ਹੀ ਨਾ ਬਣਦਾ। ਅਸੀਂ ਸ਼ਹਾਦਤਾਂ ਦੇ ਇਸ ਸਫ਼ਰ ਨੂੰ ਤੁਹਾਡੇ ਤੱਕ ਲੈ ਕੇ ਨਾ ਆਉਂਦੇ। ਬਾਈ ਕੀ ਨਾਂ ਜੀ ਤੁਹਾਡਾ? ਅਮਰੀਕ ਸਿੰਘ ਜੀ। ਅਮਰੀਕ ਬਾਈ ਜਾਣਦੇ ਸੀ ਮਾਈ ਨੂੰ? ਹਾਂ ਚੰਗੀ ਤਰ੍ਹਾਂ ਜੀ। ਕਿੱਦਾਂ ਦਾ ਸੁਭਾਅ ਸੀ ਜੀ? ਵਧੀਆ ਸੁਭਾਅ ਸੀਗਾ ਜੀ, ਬਹੁਤ ਵਧੀਆ। ਜਦੋਂ ਉਹਨੂੰ ਸੁਨੇਹਾ ਲਾਉਂਦੇ ਵੀ ਮਾਤਾ ਆਪਾਂ ਨੇ ਧਰਨੇ ਤੇ ਜਾਣਾ, ਮਾਈਆਂ ਨੂੰ ਆਪ ਤਿਆਰ ਕਰਕੇ ਲਿਆਂਦੀ ਜੀ। ਉਹ ਇੱਥੋਂ ਲਵੋ ਲਾਉਣਾ ਦਾ ਵੀ ਮਾਈਆਂ ਸਾਨੂੰ ਇਹਦਾ ਘਾਟਾ ਵੀ ਪਿਆ ਜੀ ਮਾਈ ਦਾ, ਕਿਉਂਕਿ ਕਿੱਥਾ ਸਾਨੂੰ ਕਹਿਣਾ ਪੈਂਦਾ ਹੁਣ ਵੀ ਮਾਈ ਆਪਾਂ ਨੇ ਧਰਨੇ ਤੇ ਚੱਲਣਾ, ਕਿੱਥੇ ਉਹਨੂੰ ਇਕੱਲੀ ਨੂੰ ਸੁਨੇਹਾ ਲੱਗ ਜਾਂਦਾ। 10-20 ਮਾਈਆਂ ਉਹਦੀ ਤਿਆਰ ਕਰ ਲੈਂਦੀ। ਬਈ ਜ਼ਿੰਮੇਵਾਰ ਕੌਣ ਹੈ? ਮੈਂ ਸਵਾਲ ਸਾਰਿਆਂ ਨੂੰ ਪੁੱਛਦਾ। ਜ਼ਿੰਮੇਵਾਰ ਤਾਂ ਜੀ ਗੌਰਮੈਂਟ ਹੈ, ਕੇਂਦਰ ਤੇ ਪੰਜਾਬ ਦੀ ਗੌਰਮੈਂਟ ਹੈ। ਤੁਹਾਨੂੰ ਲੱਗਦਾ ਵੀ ਸਰਕਾਰਾਂ ਇੰਨੀਆਂ ਕੁਰਬਾਨੀਆਂ ਲੈ ਕੇ ਸਮਝ ਗਈਆਂ ਹੋਣਗੀਆਂ ਕੁਝ? ਨਾ ਜੀ ਨਾ, ਹਜੇ ਕਿੱਥੇ ਸਮਝ ਗਏ। ਫਿਰ ਉਹ ਕਹਿੰਦੇ ਕਾਨੂੰਨ ਤਾਂ ਵਾਪਸ ਲੈ ਲਏ ਸੀ। ਹੁਣ ਉਹਨੂੰ ਇਕੱਲੇ ਲੈ ਲਈ ਵਾਪਸ। ਹਜੇ ਤਾਂ ਬਹੁਤ ਸਾਡੀਆਂ ਜਿਹੜੀਆਂ ਮੰਗਾਂ ਪਈਆਂ ਨੇ ਉਹ ਬਹੁਤ ਪਈਆਂ ਨੇ। ਮਤਲਬ ਤੁਹਾਨੂੰ ਲੱਗਦਾ ਵੀ MFC ਦੀ ਗਾਰੰਟੀ ਦੀ ਜਿਹੜੀ ਉਹ ਕਮੇਟੀ ਬਣਾਉਣੀ ਸੀ ਉਹ ਨਹੀਂ ਬਣੀ ਜੀ ਹਜੇ ਕੋਈ। ਉਹਦੀ ਮੰਗ ਨਹੀਂ ਪੂਰੀ ਹੋ ਰਹੀ। ਹੋਰ ਬਹੁਤ ਸਾਰੀਆਂ ਮੰਗਾਂ ਪਈਆਂ ਨੇ ਮਗਰ, ਉਹ ਨਹੀਂ ਪੂਰੀਆਂ ਹੋ ਰਹੀਆਂ। ਇਹ ਤਾਂ ਇਕੱਲੇ ਕਾਨੂੰਨ ਵਾਪਸ ਲੈ ਲਏ ਜੀ, ਇਕੱਲੇ ਕਾਨੂੰਨਾਂ ਨਾਲ ਤਾਂ ਨਹੀਂ ਗੱਲ ਬਣਨੀ। ਹਾਂਜੀ ਬਈ ਮੇਰਾ ਇੱਕ ਸਵਾਲ ਹੈ,
ਸਵਾਲ ਇਹ ਹੈ ਵੀ ਅਸੀਂ ਜਿਹੜੇ ਜਿਹੇ ਜਿਹੇ ਟੱਬਰਾਂ 'ਚ ਰਹਿੰਦੇ ਆ ਵੀ ਕੋਈ ਬਿਰਧ ਹੋਵੇ, ਅਸੀਂ ਤਾਂ ਉਹਨੂੰ ਪਾਣੀ ਦਾ ਗਲਾਸ ਨਹੀਂ ਚੱਕਣ ਦਿੰਦੇ ਹੈਗੇ, ਚਾਹ ਦਾ ਕੌਲਾ ਨਹੀਂ ਚੱਕਣ ਦਿੰਦੇ, ਆਪ ਕਰਦੇ ਆ ਉਹਦਾ। ਸਰਕਾਰ ਨੇ ਇਹੋ ਜਿਹੀਆਂ ਬਿਰਧ ਮਾਈਆਂ ਬਜ਼ੁਰਗਾਂ ਨੂੰ ਸੜਕਾਂ ਤੇ ਬਿਠਾਇਆ, ਪਾਣੀ ਦੀਆਂ ਬਾਛੜਾਂ ਮਾਰੀਆਂ, ਇਹਨਾਂ ਨੂੰ ਦਰਦ ਨਹੀਂ ਆਇਆ ਹੈਗਾ? ਡਰ ਤਾਂ ਜੀ ਇਹ ਹੈ, ਡਰ ਤਾਂ ਉਹਨਾਂ ਨੂੰ ਤਾਂ ਨਹੀਂ ਆਇਆ ਜੀ, ਇਹ ਜਿਹੜੇ ਆਪਦੇ ਇਹਨਾਂ ਦੇ ਮਗਲੇ ਪਾਸੇ ਕਾਰਪੋਰੇਟ ਘਰਾਣੇ ਬੈਠੇ ਨੇ, ਸਾਰਾ ਕੁਝ ਉਹਨਾਂ ਨੂੰ ਸੌਂਪਣ ਜਾ ਰਹੇ ਨੇ। ਪੰਜਾਬ ਦੀ ਧਰਤੀ ਕੀ, ਪੰਜਾਬ ਦਾ ਪਾਣੀ ਕੀ, ਪੰਜਾਬ ਦੇ ਸਕੂਲ ਕੀ, ਜਾਂ ਹੋਰ ਵਿੱਦਿਆ ਤੋਂ ਬਾਅਦ ਹੋਰ ਵੀ ਬਹੁਤ ਚੀਜ਼ਾਂ ਨੇ, ਜਿਵੇਂ ਰੇਲ ਮਹਿਕਮਾ ਹੈ, ਜਿਵੇਂ ਆਪਾਂ ਜਹਾਜ਼ ਦਾ ਲੈ ਲਓ, ਵੀ ਅਸੀਂ ਤਾਂ ਹੁਣ ਅਨਪੜ੍ਹ ਹਾਂ, ਏਅਰਪੋਰਟਸ ਦਾ ਲੈ ਲਓ, ਸਾਰਾ ਇਹ ਜਿਹੜਾ ਕਾਰੋਬਾਰ ਸੀਗਾ ਇਹ ਪਹਿਲਾਂ ਸਰਕਾਰ ਦੇ ਹੱਥ ਸੀਗਾ। ਬਿਲਕੁਲ। ਬਿਜਲੀ ਮਹਿਕਮਾ, ਹੋਰ ਬਹੁਤ ਮਹਿਕਮੇ ਨੇ ਜੀ, ਇਹ ਪਹਿਲਾਂ ਸਾਰੇ ਸਰਕਾਰੀ ਤੇ। ਆਪਾਂ ਤਾਂ ਇਹਨਾਂ ਨੂੰ ਹੁਣ ਵੀ ਸਰਕਾਰੀ ਮੰਨਦੇ ਹਾਂ, ਪਰ ਹੁਣ ਇਹ ਸਰਕਾਰੀ ਨਹੀਂ ਰਹੇ, ਇਹ ਵੱਡੇ ਵੱਡੇ ਕੰਪਨੀਆਂ ਨੂੰ ਦੇਤੇ ਜੀ, ਜਿਵੇਂ ਟਾਟਾ ਬਿਰਲਾ ਹੈ ਜਾਂ ਰਿਲਾਇੰਸ ਵਾਲੇ ਨੇ ਜਾਂ ਹੋਰ ਕੰਪਨੀਆਂ ਨੇ ਵੱਡੀਆਂ, ਉਹਨਾਂ ਨੂੰ ਠੇਕੇਦਾਰੀ ਸਿਸਟਮ ਦੇ ਹਿਸਾਬ ਨਾਲ ਉਹਨਾਂ ਨੂੰ ਸੰਭਾਤੇ ਜੀ ਇਹਨਾਂ ਨੇ। ਇਸ ਕਰਕੇ ਇਹਨਾਂ ਨੂੰ ਦਰਦ ਤਾਂ ਨਹੀਂ ਆ ਰਿਹਾ ਜੀ, ਇਹਨਾਂ ਦਾ ਤਾਂ ਉਦੋਂ ਵੱਡਾ ਤੋਰੀ ਫਿਰਕਾ ਚੱਲ ਰਿਹਾ। ਹੁਣ ਮੈਂ ਉਹੀ ਗੱਲ ਜਿਹੜੀ ਮੈਂ ਗੱਲ ਪਹਿਲਾਂ ਮਾਈਆਂ ਨਾਲ ਗੱਲ ਕਰਦੇ ਹੋਏ ਕਰ ਰਿਹਾ ਸੀ ਕਿ ਉਹ ਕਹਿੰਦੇ ਵੀ ਸਮਝ ਨਹੀਂ ਆਈ। ਮੈਂ ਤਾਂ ਕਹਿੰਦਾ ਕਿ ਸਾਰੀ ਸਮਝ ਸਾਡੇ ਇਸ ਪਿੰਡਾਂ ਦੀ ਲੋਕਾਈ ਕੋਲ ਪਈ ਹੈ, ਜਿਨ੍ਹਾਂ ਨੇ ਇਹ ਮੂਲ ਮੰਤਰ ਮੋਟੇ ਦੇ ਰੂਪ ਦੇ ਵਿੱਚ ਸਮਝ ਲਿਆ। ਜਦੋਂ ਇਹ ਗੱਲ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਪਬਲਿਕ ਸੈਕਟਰ ਹੈ, ਸਰਕਾਰੀ ਚੀਜ਼ਾਂ, ਸਾਡੀ ਸਿੱਖਿਆ ਤੋਂ ਲੈ ਕੇ ਸਾਡੀਆਂ ਸਿਹਤ ਸੇਵਾਵਾਂ ਤੱਕ, ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰ ਨੇ ਕਿਤੇ ਮੁਫਤ ਦੇਣੀਆਂ ਨੇ, ਉਹ ਪ੍ਰਾਈਵੇਟ ਖੇਤਰ ਦੇ ਹੱਥਾਂ ਵਿੱਚ ਜਾ ਰਹੀਆਂ ਨੇ, ਤਾਂ ਫਿਰ ਇਹ ਸਮਝਣਾ ਪਊਗਾ ਕਿ ਲੋਕ ਸਭ ਕੁਝ ਸਮਝਦੇ ਹੈ, ਪਰ ਫਿਰ ਵੀ ਕਿਤੇ ਨਾ ਕਿਤੇ ਲੋਕ ਉਸ ਦਿਖਾਵੇ ਦੇ ਵਿੱਚ ਆ ਜਾਂਦੇ ਆ, ਜਿਹੜਾ ਦਿਖਾਵਾ 25 ਸਾਲੀ ਆ ਕੇ ਵੋਟਾਂ ਦੇ ਢੋਲ ਦੇ ਰੂਪ ਦੇ ਵਿੱਚ ਆ ਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਅਤੇ ਫਿਰ ਅਸੀਂ ਉਸ ਦਿਖਾਵੇ ਦੇ ਵਿੱਚ ਫਸਦੇ ਹਾਂ। ਇਹ ਜਿਹੜਾ ਫਸਣਾ ਹੈ, ਇਹ ਜਿਹੜਾ ਭਟਕਣਾ ਹੈ, ਇਸੇ ਭਟਕਣਾ ਅਤੇ ਇਸੇ ਫਸਣ ਕਰਕੇ ਇਹੋ ਜਿਹੇ ਜਿਹੜੇ ਕਾਨੂੰਨ ਆਉਂਦੇ ਨੇ, ਉਸੇ ਕਰਕੇ ਸਰਕਾਰਾਂ ਜਿਹੜੀਆਂ ਨੇ ਉਹ ਇੱਦਾਂ ਦੀਆਂ ਨੀਤੀਆਂ ਲਾਗੂ ਕਰਦੀਆਂ ਨੇ ਵੀ ਸਾਡੀਆਂ ਬਿਰਧ ਮਾਈਆਂ ਨੂੰ ਸੜਕਾਂ ਦੇ ਉੱਤੇ ਰੁਲਣਾ ਪੈਂਦਾ ਅਤੇ ਆਪਣੀ ਜਾਨ ਜਿਹੜੀ ਆ ਉਹ ਗਵਾਉਣੀ ਪੈਂਦੀ ਹੈ। ਜ਼ਿਲ੍ਹੇ ਸੰਗਰੂਰ ਦੇ ਪਿੰਡ ਗੰਡੂਆਂ ਦੇ ਵਿੱਚ ਬੈਠੇ ਹਾਂ। ਬਿਰਧ ਸ਼ਹੀਦ ਮਾਤਾ ਮਹਿੰਦਰ ਕੌਰ ਦੇ ਘਰ ਦੇ ਵਿੱਚ ਹਾਂ, ਪਰਿਵਾਰਕ ਜੀਆਂ ਨਾਲ ਔਰ ਪਿੰਡ ਦੇ ਮੈਂਬਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ। ਬਾਈ ਸਤਿ ਸ਼੍ਰੀ ਅਕਾਲ, ਕੀ ਨਾਂ ਹੈ ਜੀ ਬਾਈ ਜੀ? ਨਛੱਤਰ ਸਿੰਘ ਜੀ ਗੰਡੂਆਂ। ਬਾਈ ਨਛੱਤਰ, ਉਹੀ ਮੈਂ ਪਹਿਲਾਂ ਵੀ ਜਿਹੜੀ ਗੱਲ ਕਰ ਰਿਹਾ ਸੀ ਵੀ ਆਪਾਂ ਤਾਂ ਆਪਣੇ ਬਿਰਧਾਂ ਨੂੰ ਪਾਣੀ ਦਾ ਗਲਾਸ ਨਹੀਂ ਚੱਕਣ ਦਿੰਦੇ। ਇਹੋ ਜਿਹੀ ਠੰਡ ਜਿਹੜੀ ਪੈਂਦੀ ਹੈ, ਪੋਹ ਮਾਘ ਦੀਆਂ ਰਾਤਾਂ ਪੈਂਦੀਆਂ, ਜੇਠ ਹਾੜ ਦੇ ਦੁਪਹਿਰੇ ਪੈਂਦੇ ਆ, ਜੇਠ ਹਾੜ ਦੇ ਦੁਪਹਿਰੇ ਵੀ ਨੰਗਾਉਲੇ ਸਿਰ 'ਤੇ ਆਪਾਂ ਬਰਸਾਤਾਂ ਵੀ ਨੰਗਾ ਲਈਆਂ, ਜੇਠ ਹਾੜ ਦੀਆਂ ਠੰਡਾਂ ਵੀ ਨੰਗਾ ਲਈਆਂ। ਸਰਕਾਰਾਂ ਨੂੰ ਤਰਸ ਕਿਉਂ ਨਹੀਂ ਆਇਆ? ਮਾਈਆਂ ਨੂੰ ਆਪਣੀ ਜਾਨ ਦੇਣੀ ਪੈ ਗਈ ਮਾਤਾ ਮਹਿੰਦਰ ਕੌਰ ਵਰਗੀ। ਦੇਖੋ ਜੀ, ਜਿਹੜੀਆਂ ਸਰਕਾਰਾਂ ਨੇ ਹੁਣ, ਸਰਕਾਰਾਂ ਉਹ ਰਹੀਆਂ ਨੇ ਜੀ, ਸਰਕਾਰਾਂ ਜਿਹੜੀਆਂ ਬਣਦੀਆਂ ਨੇ ਹੁਣ ਬਣਦੀ ਕਾਰਪੋਰੇਟ ਘਰਾਣੇ ਬਣਾਉਂਦੇ ਨੇ ਜੀ ਸਰਕਾਰਾਂ। ਕਿਉਂਕਿ ਪਹਿਲਾਂ ਵੀ ਆਪਣਾ ਇੱਕ ਕੰਪਨੀ ਆਈ ਦੀ, ਜਿਹੜੀ ਕੰਪਨੀ 2 ਸਾਲ 1.5 ਸਾਲ ਆਪਣੇ ਰਾਜ ਕਰ ਗਈ ਜੀ। ਹੁਣ ਵੀ ਜਿਹੜੇ ਕਾਰਪੋਰੇਟ ਘਰਾਣੇ ਨੇ ਜੀ, ਇਹ ਆਪਣੇ ਤੇ ਮਤਲਬ ਇਹ ਸਰਕਾਰਾਂ ਉਹਨਾਂ ਨੂੰ ਰਾਜ ਕਰਾਉਣਾ ਚਾਹੁੰਦੀਆਂ ਨੇ, ਕਿਉਂਕਿ ਕੰਪਨੀਆਂ ਦੇ ਰੂਪ 'ਚ ਰਾਜ ਕਰਾਉਣਾ ਚਾਹੁੰਦੀਆਂ ਨੇ। ਕਿਉਂਕਿ ਜਿਹੜੀਆਂ ਸਰਕਾਰਾਂ ਨੇ, ਸਰਕਾਰਾਂ ਦਾ ਮਤਲਬ ਸੱਤਾ ਲੈਣਾ। ਲੋਕਾਂ ਦੇ ਜਿਹੜੇ ਕੰਮ ਨੇ ਜਾਂ ਲੋਕਾਂ ਨੂੰ ਰੋਜ਼ ਦੀ ਰੋਜ਼ ਪ੍ਰੋਬਲਮ ਆ ਰਹੀਆਂ ਨੇ, ਉਧਰ ਬਿਲਕੁਲ ਧਿਆਨ ਨਹੀਂ। ਸਰਕਾਰਾਂ ਦਾ ਧਿਆਨ ਸਿਰਫ ਕਮਾਈ ਕਰਨਾ ਹੋ ਗਿਆ, ਲੀਡਰਾਂ ਦਾ ਧਿਆਨ ਕਮਾਈ ਕਰਨਾ ਹੋ ਗਿਆ। ਜਿਹੜੀਆਂ ਆਮ ਸਹੂਲਤਾਂ ਨੇ ਲੋਕਾਂ ਦੀਆਂ ਗਰਾਊਂਡ ਲੈਵਲ ਤੋਂ, ਸਿੱਖਿਆ, ਸਿਹਤ ਸਹੂਲਤਾਂ, ਇਹ ਬਿਲਕੁਲ ਠੱਪ ਹੋ ਚੁੱਕੀਆਂ ਨੇ। ਕਿਉਂਕਿ ਸਕੂਲਾਂ ਦੇ ਵਿੱਚ ਜਿਹੜੇ ਕਹਿੰਦੇ ਅਸੀਂ ਨੇ ਆਪਣੇ ਸਕੂਲਾਂ ਦੇ ਵਿੱਚ ਰੰਗ ਕਰਕੇ ਤਾਂ ਕੋਈ ਸਮਰਾਟ ਸਕੂਲ ਬਣ ਨਹੀਂ ਸਕਦੇ। ਵਾਹ ਜੀ ਵਾਹ, ਬੜੀ ਸੋਹਣੀ ਗੱਲ ਕਹੀ। ਉਹਨਾਂ ਦੇ ਵਿੱਚ ਟੀਚਰ ਹੋਣਗੇ ਤਾਂ ਸਿੱਖਣ ਨੂੰ ਕੁਝ ਮਿਲੂਗਾ। ਜੇ ਆਪਾਂ ਪੋਚਾ ਪਾਚੀ ਕਰਕੇ ਸਕੂਲਾਂ ਨੂੰ ਕਹੀਏ ਵੀ ਸਮਰਾਟ ਸਕੂਲ ਬਣ ਗਏ, ਉਹਨਾਂ ਦੇ ਵਿੱਚ ਹਾਲੇ ਤੱਕ ਇਹਨਾਂ ਤੋਂ ਟੀਚਰ ਨਹੀਂ ਪੂਰੇ ਹੋਏ। ਕਿਉਂ? ਬੇਰੁਜ਼ਗਾਰ ਨੌਜਵਾਨ ਫਿਰਦੇ ਨੇ। ਇਹਨਾਂ ਦਾ ਕਹਿਣ ਦਾ ਭਾਵ ਬੇਰੁਜ਼ਗਾਰੀ ਪੈਦਾ ਕਰਨਾ, ਪੈਦਾ ਕਰਕੇ ਬੇਰੁਜ਼ਗਾਰੀ ਪੰਜਾਬ ਦੇ ਨੌਜਵਾਨ ਤਕਰੀਬਨ 50% ਬਾਹਰੋਂ ਬਾਹਰ ਜਾ ਰਹੇ ਨੇ। ਕੋਈ ਜ਼ਮੀਨ ਵੇਚ ਕੇ ਜਾ ਰਿਹਾ। ਜਿਹੜੀਆਂ ਸਰਕਾਰਾਂ ਨੇ ਹੁਣ ਚੋਣ ਮੈਨੀਫੈਸਟੋ ਦੇ ਵਿੱਚ ਰੱਖੇ ਨੇ, ਉਹਨਾਂ ਨੇ ਇਹ ਵਾਅਦੇ ਰੱਖੇ ਨੇ ਵੀ ਅਸੀਂ 10-15 ਲੱਖ ਰੁਪਈਆ ਦੇਵਾਂਗੇ ਬਿਨਾਂ ਵਿਆਜ ਤੋਂ, ਵੀ ਆਪਦੇ ਧੀ ਪੁੱਤ ਨੂੰ ਬਾਹਰ ਭੇਜੋ। ਕਿਉਂਕਿ ਕਰਾਓ ਬਾਹਰਲੀ ਤੇ ਬਾਹਰ ਭੇਜੋ, ਬਾਹਰ ਭੇਜੋ, ਬਾਹਰ ਹੀ ਜਾ ਕੇ ਕਾਰੋਬਾਰ ਕਰੋ। ਇੱਥੇ ਪੰਜਾਬ ਇਹਨਾਂ ਵਾਸਤੇ ਬਿਲਕੁਲ ਖਾਲੀ ਹੋ ਜਾਊਗਾ। ਕਿਉਂਕਿ ਜਿਹੜੇ ਪੰਜਾਬੀ ਲੋਕ ਨੇ, ਪੰਜਾਬੀ ਅਣਖੀ ਲੋਕ ਨੇ, ਜਿਹੜੇ ਨੇ ਮਤਲਬ ਅੱਗੇ ਲੱਗ ਕੇ, ਮੂਹਰੇ ਲੱਗ ਕੇ, ਮਤਲਬ ਉਹਨਾਂ ਨੇ ਅੰਦੋਲਨ ਦੇ ਵਿੱਚ ਲੜਾਈ ਲੜੀ ਆ। ਜਦੋਂ ਹਮੇਸ਼ਾ ਵਾਸਤੇ ਪੰਜਾਬ ਦੇ 94-95% ਪੰਜਾਬ ਦੇ ਆਜ਼ਾਦੀ ਲੈਣ ਦੇ ਵਿੱਚ ਪੰਜਾਬੀ ਲੋਕ ਨੇ। ਬਿਲਕੁਲ
ਇਹੀ ਪੰਜਾਬੀ ਲੋਕਾਂ ਦੇ ਵੀ ਅਣਖ ਦਾ ਖੂਨ ਵਾਲੇ ਮਾਰਦਾ, ਤਾਂ ਜਾ ਕੇ ਦਿੱਲੀ ਦੇ ਵਿੱਚ ਜਦੋਂ ਅੱਗੇ ਪੰਜਾਬੀ ਲੱਗੇ ਤਾਂ ਸਾਰਾ ਦੇਸ਼ ਕੀ ਸਾਰੇ ਬਾਹਰਲੀਆਂ ਕੰਟਰੀਆਂ ਵੀ ਸਾਰੀਆਂ ਮਤਲਬ ਨਾਲ ਲੱਗੀਆਂ। ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਆ, ਆਪਣੇ ਸਿੱਖ ਇਤਿਹਾਸ, ਇਹ ਹਮੇਸ਼ਾ ਵਾਸਤੇ ਜ਼ੁਲਮ ਨਾਲ ਟੱਕਰ ਲੈਂਦਾ ਹੈਗਾ। ਉਹੀ ਸਾਡੇ 'ਚ ਖੂਨ ਆ, ਉਹੀ ਖੂਨ ਸਾਡੇ ਵਾਲੇ ਖਾਂਦਾ। ਭਗਤ ਸਿੰਘ, ਉਦੋਂ ਸਿੰਘ ਵਰਗੇ ਜਿਨ੍ਹਾਂ ਨੇ ਵੀ ਸਾਡੀ ਲੜਾਈ ਲੜੀ ਆ, ਸਾਡੀ ਹੱਕ ਲੈਣ ਦੀ ਖਾਤਰ, ਉਹਨਾਂ ਨੂੰ ਸਾਰਿਆਂ ਨੂੰ ਇਹ ਸਰਕਾਰਾਂ ਅੱਤਵਾਦੀ ਕਹਿੰਦੀਆਂ ਰਹੀਆਂ। ਮੁਗਲ ਸਰਕਾਰ ਵੇਲੇ ਸਾਡੇ ਗੁਰੂਆਂ ਨੇ ਹੱਕ ਲੈਣ ਵਾਸਤੇ ਲੜਾਈ ਲੜੀ, ਉਹਨਾਂ ਨੂੰ ਸੀਏ ਦੇ ਕੇ ਮਾਰਿਆ ਗਿਆ ਵੀ ਇਹ ਮਤਲਬ ਅੱਤਵਾਦੀ ਨੇ ਉਸ ਟਾਈਮ ਦੇ। ਤੇ ਦੂਜੀ ਵਾਰ ਫਿਰ ਅੰਗਰੇਜ਼ ਸਰਕਾਰ ਆਈ, ਉਹਨਾਂ ਵੇਲੇ ਭਗਤ ਸਿੰਘ, ਉਧਮ ਸਿੰਘ ਵਰਗੇ ਹੋਏ, ਉਹਨਾਂ ਨੂੰ ਵੀ ਅੱਤਵਾਦੀ ਕਹਿ ਕੇ ਮਾਰਿਆ ਗਿਆ। ਤੀਜੀ ਲਹਿਰ ਹੁਣ ਚੱਲੀ ਪੰਜਾਬੀਆਂ ਦੀ, ਇਹਦੇ ਵਿੱਚ ਵੀ ਇਹਨਾਂ ਨੇ ਸਰਕਾਰ ਨੇ ਅੱਤਵਾਦੀ, ਵੱਖਵਾਦੀ, ਬਹੁਤ ਕੁਛ ਇਹਨਾਂ ਨੂੰ ਪਾਕਿਸਤਾਨੀ ਕਿਹਾ। ਬਹੁਤ ਕੋਈ ਨਹੀਂ ਛੱਡੀ ਬਾਈ। ਮੈਂ ਪੁੱਛਦਾ, ਇਹਨਾਂ ਕੁਰਬਾਨੀਆਂ ਦਾ, ਇਹਨਾਂ ਸ਼ਹਾਦਤਾਂ ਦਾ ਕੋਈ ਮੁੱਲ ਪਊਗਾ? ਦੇਖੋ ਜੀ, ਮੁੱਲ ਤਾਂ ਪੈਣਾਗਾ। ਮੁੱਲ ਤਾਂ ਆਜ਼ਾਦੀ ਮਿਲਣੀ ਆ ਆਪਾਂ ਨੂੰ। ਹੁਣ ਆਪਣੇ ਯਾਦ ਹੋਣਾ। ਹੁਣ ਉਸ ਟਾਈਮ ਦੇ ਵਿੱਚ ਵੀ ਆਜ਼ਾਦੀ ਆਪਾਂ ਨੂੰ ਮਿਲੀ ਤੀ। ਚਾਚਾ ਅਜੀਤ ਸਿੰਘ ਨੇ ਉਸ ਟਾਈਮ ਦੇ ਵਿੱਚ ਅੰਗਰੇਜ਼ਾਂ ਵੇਲੇ ਇਹੀ ਕਾਨੂੰਨਾਂ ਦੇ ਖਿਲਾਫ ਲੜੇ ਤੇ ਉਹ ਲੜ ਕੇ 9 ਮਹੀਨਿਆਂ ਬਾਅਦ ਉਹਨਾਂ ਨੂੰ ਕਾਨੂੰਨ ਵਾਪਸ ਹੋਏ ਤੇ ਇਹੀ ਕਾਨੂੰਨ ਹੁਣ ਨੇ ਜੀ। ਇਹੀ ਕਾਨੂੰਨ ਹੁਣ ਵਾਪਸ ਲੈਤੇ ਗਏ ਨੇ। ਹੁਣ ਵੀ ਸੂਰਮੇ ਬਹੁਤ ਉੱਠਣਗੇ ਪੰਜਾਬ ਦੇ ਵਿੱਚੋਂ, ਜਿਹੜੇ ਮਤਲਬ ਪੰਜਾਬ ਨੂੰ ਜਾਂ ਸਾਰੇ ਦੇਸ਼ ਨੂੰ ਚੰਗੀ ਲਾਈਨ ਤੇ ਲੈ ਕੇ ਜਾਣਗੇ। ਇਹਦੇ ਨਾਲ ਲੋਕਾਂ ਨੂੰ ਮਤਲਬ ਬਹੁਤ ਮਤਲਬ ਇੱਕ ਉਹ ਮਿਲਿਆ ਜੀ, ਹੰਗਾਰਾ ਮਿਲਿਆ ਜੀ। ਹਾਂ, ਹੰਗਾਰਾ ਮਿਲਿਆ ਜੀ ਚੰਗਾ। ਮਤਲਬ ਆਸ ਹੈਗੀ ਹੈ, ਪੂਰੀ ਆਸ ਆ ਜੀ। ਹੁਣ ਸਾਨੂੰ ਵੀ ਲੋਕ ਹੁਣ ਸਮਝ ਸਕੇ ਨੇ। ਸਾਡੇ ਪਿੰਡ ਦੇ ਵਿੱਚ ਜੀ ਦੇਖੋ, ਪਹਿਲਾਂ ਘਰ ਘਰ ਝੰਡੇ ਹੁੰਦੇ ਜੀ ਸਿਆਸੀ ਲੋਕਾਂ ਦੇ। ਅੰਦੋਲਨ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਇੱਕ ਵੀ ਘਰ ਦੇ ਕਿਸੇ ਦੇ ਸਿਆਸੀ ਝੰਡਾ ਨਹੀਂ ਹੈਗਾ ਜੀ। ਪਿਆਰੇ ਦਰਸ਼ਕੋ, ਮੈਂ ਇਸ ਗੱਲ ਦਾ, ਜਿਹੜੀ ਗੱਲ ਬਾਈ ਜੀ ਹੋਰਾਂ ਨੇ ਆਖੀ ਹੈ, ਇਸ ਗੱਲ ਦਾ ਪ੍ਰਮਾਣ ਵੀ ਤੁਹਾਨੂੰ ਦਿਖਾਵਾਂਗਾ। ਇਹ ਬੜੀ ਮਹੱਤਵਪੂਰਨ ਗੱਲ ਹੈ ਜਿਹੜੀ ਗੱਲ ਭਾਈ ਸਾਹਿਬ ਨੇ ਕਹੀ ਹੈ, ਕਿਉਂਕਿ ਚੋਣ ਰੁੱਤ ਚੱਲ ਰਹੀ ਹੈ। ਹੋ ਸਕਦਾ ਇਹ ਪ੍ਰੋਗਰਾਮ ਚੋਣਾਂ ਤੋਂ ਬਾਅਦ ਤੁਹਾਡੇ ਤੱਕ ਨਸ਼ਰ ਹੋਵੇ, ਪਰ ਇਹ ਜਿਹੜੀ ਗੱਲ ਕੀਤੀ ਹੈ, ਗੱਲ ਬੜੀ ਮਹੱਤਵਪੂਰਨ ਹੈ ਕਿ ਵੈਸੇ ਪੰਜਾਬ ਦੇ ਪਿੰਡਾਂ ਦੇ ਵਿੱਚ ਹਰੇਕ ਅਲੱਗ-ਅਲੱਗ ਗਲੀ ਦੇ ਵਿੱਚ ਇੱਕ ਇੱਕ ਘਰ ਛੱਡ ਕੇ, ਇੱਕ ਕੰਧ ਦੇ ਨਾਲ ਕੰਧ, ਇੱਕ ਦੇ ਫਲਾਣਾ, ਇੱਕ ਦੇ ਢਿਮਕਾ, ਇੱਕ ਦੇ ਫਲਾਣਾ, ਇੱਕ ਦੇ ਢਿਮਕਾ, ਪਾਰਟੀਆਂ ਦੇ ਝੰਡੇ, ਜਿਹੜੀ ਰੁੱਤ ਚੱਲ ਰਹੀ ਹੈ ਚੋਣਾਂ ਦੀ। ਪਰ ਇਸ ਪਿੰਡ ਦੇ ਵਿੱਚ ਤੁਹਾਨੂੰ ਦਿਖਾਵਾਂਗੇ, ਜਾਂ ਪੰਜਾਬ ਦੇ ਬਾਕੀ ਸਾਰੇ ਪਿੰਡਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਜਾਗਰੂਕਤਾ ਆ ਚੁੱਕੀ ਹੈ ਕਿ ਉੱਥੇ ਸੰਘਰਸ਼ਾਂ ਦੇ ਝੰਡੇ ਆ, ਜਥੇਬੰਦੀਆਂ ਦੇ ਝੰਡੇ ਆ। ਜਥੇਬੰਦੀ ਕੋਈ ਵੀ ਹੋਵੇ, ਪਰ ਫਿਰ ਵੀ ਜਿੱਥੇ ਜਾਗਰੂਕਤਾ ਆਈ ਹੈ, ਜਿਨ੍ਹਾਂ ਨੇ ਜ਼ਮੀਰ ਨੂੰ ਜਾਗਦਾ ਰੱਖਿਆ ਹੈ, ਜਿਨ੍ਹਾਂ ਨੂੰ ਪਤਾ ਹੈ ਕਿ ਸ਼ਹਾਦਤਾਂ ਸਿਰਫ ਇਸ ਕਰਕੇ ਨਹੀਂ ਹੁੰਦੀਆਂ ਕਿ ਉਹਨਾਂ ਦੇ ਮੁੱਲ ਵੱਟੇ ਜਾਣ। ਸ਼ਹਾਦਤਾਂ ਇਸ ਕਰਕੇ ਹੁੰਦੀਆਂ ਨੇ ਕਿ ਜਿਹੜਾ ਮਹਿਲ ਬਣਨਾ ਹੈ, ਉਸ ਦੀ ਨੀਂਹ ਮਜ਼ਬੂਤ ਕੀਤੀ ਜਾਏ, ਤੇ ਉਸੇ ਨੀਂਹ ਨੂੰ ਮਜ਼ਬੂਤ ਕਰਨ ਦੇ ਵਿੱਚ ਯੋਗਦਾਨ ਪਾ ਕੇ ਗਈ ਹੈ ਸਾਡੀ ਮਾਤਾ ਮਹਿੰਦਰ ਕੌਰ। ਸ਼ਹਾਦਤਾਂ ਦੇ ਇਸ ਸਫ਼ਰ ਨੂੰ ਤੁਹਾਡੇ ਨਾਲ ਲਗਾਤਾਰ ਸਾਂਝੇ ਕਰਦੇ ਰਹਾਂਗੇ, ਕਿਉਂਕਿ ਮਕਸਦ ਸਿਰਫ ਇੰਨਾ ਹੈ ਕਿ ਅਸੀਂ ਚਾਹੁੰਦੇ ਹਾਂ ਤੁਹਾਨੂੰ ਉਹਨਾਂ ਸਾਰੇ ਲੋਕਾਂ ਦਾ ਪਤਾ ਲੱਗੇ ਜਿਹੜੇ ਲੋਕ ਆਪਣੇ ਘਰਾਂ 'ਚ ਆਰਾਮ ਕਰ ਸਕਦੇ ਸੀ, ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠ ਕੇ ਪੁੱਤ ਪੋਤੇ, ਦੋਤੇ ਦੋਤੀਆਂ ਦੇ ਵਿੱਚ ਖੇਡ ਸਕਦੇ ਸੀ, ਪਰ ਜਾਗਦੀ ਜ਼ਮੀਰ ਕਰਕੇ ਨਾ ਆਰਾਮ ਕਰਕੇ ਬੈਠੇ, ਘਰਾਂ 'ਚੋਂ ਨਿਕਲੇ, ਸਰਕਾਰ ਦੇ ਖਿਲਾਫ, ਹਕੂਮਤ ਦੀਆਂ ਮਾੜੀਆਂ ਨੀਤੀਆਂ ਦੇ ਖਿਲਾਫ ਲੜੇ, ਤੇ ਲੜਦੇ ਲੜਦੇ ਸ਼ਹੀਦ ਹੋਏ। ਸ਼ਹਾਦਤ ਦਾ ਢੰਗ ਤਰੀਕਾ ਕੋਈ ਵੀ ਹੋਵੇ, ਸ਼ਹਾਦਤ ਹੁੰਦੀ ਹੈ। ਤੇ ਜਸ ਪੰਜਾਬੀ ਸ਼ਹਾਦਤਾਂ, ਸਫਰੇ ਕਿਸਾਨੀ ਸੰਘਰਸ਼ ਤੁਹਾਡੇ ਤੱਕ ਇਸੇ ਤਰੀਕੇ ਨਾਲ ਲੈ ਕੇ ਆਉਂਦਾ ਰਹੇਗਾ। ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ।